ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਆਪ ਜੀ ਜੁੜ ਚੁੱਕੇ ਹੋ ਇਸ ਸ਼ਾਮ ਦੀ ਗੁਰਬਾਣੀ ਸੰਧਿਆ ਦੀ ਕਲਾਸ ਦੇ ਵਿੱਚ, ਜਿਸ ਵਿੱਚ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਸੋਦਾਰ ਰਹਿਰਾਸ ਸਾਹਿਬ ਜੀ ਦੀ ਬਾਣੀ ਜੋ ਹੈ ਚਾਰ ਉਹ ਕਰ ਰਹੇ ਹਾਂ। ਸੋ ਆਪਾਂ ਜੋ ਹੈ ਇਸ ਰਹਿਰਾਸ ਸਾਹਿਬ ਦੇ ਆਪਾਂ 9 ਸ਼ਬਦ ਜਿਹੜੇ ਉਹ ਵਿਚਾਰ ਚੁੱਕੇ ਹਾਂ, 9 ਸ਼ਬਦਾਂ ਦੀ ਸੰਥਿਆ ਕਰ ਚੁੱਕੇ ਹਾਂ। ਜੋ 9 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਦੇ ਉੱਤੇ ਆਉਂਦੇ ਆ, ਜਪਜੀ ਸਾਹਿਬ ਦੀ ਬਾਣੀ ਤੋਂ ਬਾਅਦ। ਉਹ ਆਪਾਂ 9 ਸ਼ਬਦਾਂ ਦੀ ਵਿਚਾਰ ਜਿਹੜੀ ਉਹ ਕਰ ਚੁੱਕੇ ਹਾਂ। ਤੇ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਚਨਾ ਚੌਪਈ ਸਾਹਿਬ ਦੀ ਜੋ ਵਿਚਾਰ ਤੇ ਗੁਰਬਾਣੀ ਸੰਥਿਆ ਹੈ, ਉਹ ਆਪਾਂ ਕਰਨ ਦਾ ਇੱਥੇ ਯਤਨ ਕਰਨਾ ਹੈ। ਸੋ ਸਮੁੱਚੀ ਸਾਧ ਸੰਗਤ ਜੁੜ ਜਾਵੇ। ਆਪਾਂ 1 ਮਿੰਟ ਦੇ ਅੰਦਰ ਹੀ ਇਹ ਜਿਹੜੀ ਸੰਥਿਆ ਹੈ ਦੀ ਆਰੰਭਤਾ ਕਰਦੇ ਹਾਂ। ਸੰਗਤ ਜੁੜ ਜਾਵੇ ਤੇ ਆਪਾਂ ਇਸ ਜੋ ਚੌਪਈ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਇਹਦੀ ਆਪਾਂ ਸੰਥਿਆ ਦੀ ਆਰੰਭਤਾ ਕਰਨੀ ਹੈ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਸਾਧ ਸੰਗਤ ਜੀ, ਇਹ ਪਾਵਨ ਬਾਣੀ ਦੀ ਜੋ ਸੰਥਿਆ ਹੈ ਉਹ ਆਪਾਂ ਕਰ ਲੱਗੇ ਹਾਂ। ਇਹ ਬਾਣੀ ਜਿਹੜੀ ਹੈ ਸਤਿਗੁਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸਮ ਗ੍ਰੰਥ ਦੇ ਵਿੱਚ ਅੰਕਿਤ ਕੀਤੀ ਹੈ। ਤੇ ਇਹ ਬਾਣੀ ਜਿਹੜੀ ਹੈ ਪੰਥ ਨੇ ਜਿਹੜੀ ਹੈ ਸਤਿਗੁਰਾਂ ਤੋਂ ਪਹਿਲਾਂ ਗੁਰੂ 10ਵੇਂ ਪਾਤਸ਼ਾਹ ਜੀ ਨੇ ਜਦੋਂ ਇਸ ਦੀ ਰਚਨਾ ਕੀਤੀ, ਇਸ ਬਾਣੀ ਨੂੰ ਰਹਿਰਾਸ ਸਾਹਿਬ ਦੀ ਬਾਣੀ ਤੋਂ ਬਾਅਦ ਪੜ੍ਹਨ ਦਾ ਜਿਹੜਾ ਹੈ ਹੁਕਮ ਗੁਰੂ ਸਾਹਿਬ ਨੇ ਕੀਤਾ। ਉਸ ਸਮੇਂ ਦੇ ਪੁਰਾਣੇ ਜਿਹੜੇ ਸਰੋਤ ਆ, ਪੁਰਾਣੇ ਗੁਟਕੇ ਸਾਹਿਬ ਮਿਲਦੇ ਆ, ਉਹਨਾਂ ਦੇ ਵਿੱਚ ਵੀ ਇਹੀ ਬਾਣੀ ਹੈ ਚੌਪਈ ਸਾਹਿਬ ਦੀ। ਸੋ ਸਿੱਖ ਬੜੇ ਭਾਵਨਾ ਦੇ ਨਾਲ, ਬੜੇ ਪਿਆਰ ਦੇ ਨਾਲ ਇਸ ਬਾਣੀ ਨੂੰ ਪੜ੍ਹਦੇ ਆ। ਜਿਵੇਂ ਕਿ ਇਸ ਬਾਣੀ ਦੇ ਸਿਰਲੇਖ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਬਾਣੀ ਦੇ ਵਿੱਚ ਹੈ ਕਿ ਸ਼ਬਦ ਹੈ ਕਬਿਓ ਬਾਚ ਬੇਨਤੀ। ਬੇਨਤੀ ਦਾ ਅਰਥ ਹੁੰਦਾ ਹੈ ਆਪਾਂ ਕਿਸੇ ਦੇ ਅੱਗੇ ਬੇਨਤੀ ਕਰਦੇ ਆ ਨਾ, ਦੋਵੇਂ ਹੱਥ ਜੋੜ ਕੇ। ਤੇ ਇਹ ਸਤਿਗੁਰਾਂ ਨੇ ਅਕਾਲ ਪੁਰਖ ਦੇ ਅੱਗੇ ਇੱਕ ਬੇਨਤੀ ਉਚਾਰਨ ਕੀਤੀ ਹੈ। ਤੇ ਇਹਦੇ ਵਿੱਚ ਸਮੁੱਚੀ ਬਾਣੀ ਜਿਹੜੀ ਹੈ ਇੱਕ ਹਿਸਾਬ ਦੇ ਨਾਲ ਅਰਦਾਸ ਹੈ ਉਸ ਅਕਾਲ ਪੁਰਖ ਦੇ ਅੱਗੇ, ਉਸ ਪਰਮਾਤਮਾ ਦੇ ਅੱਗੇ, ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕੀਤੀ ਹੈ। ਸਾਡੇ ਵਾਸਤੇ, ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ, ਆਪਣੇ ਸਿੱਖਾਂ ਵਾਸਤੇ ਜਿਹੜੀ ਅਰਦਾਸ ਹੈ ਉਹ ਉਸ ਅਕਾਲ ਪੁਰਖ ਦੇ ਅੱਗੇ ਸਤਿਗੁਰਾਂ ਨੇ ਕੀਤੀ ਹੈ। ਸੋ ਆਪਾਂ ਇਹ ਬਾਣੀ ਜਿਹੜੀ ਹੈ ਇਸਦੀ ਸੰਥਿਆ ਆਰੰਭ ਕਰਨ ਲੱਗੇ ਹਾਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਦੁੱਤੀ ਅਕਾਲ ਪੁਰਖ ਪਰਮਾਤਮਾ ਜਿਸ ਦੀ ਪ੍ਰਾਪਤੀ ਜਿਹੜੀ ਹੈ ਸਤਿਗੁਰੂ ਦੀ ਕਿਰਪਾ ਦੁਆਰਾ ਹੁੰਦੀ ਹੈ। ਇਹਨੂੰ ਪ੍ਰਸਾਦ ਪੜ੍ਹਨਾ, ਪ੍ਰਸ਼ਾਦ ਸ਼ਬਦ ਨਹੀਂ ਹੈ ਇਹ, ਪ੍ਰਸਾਦ ਇਹਨੂੰ ਪੜ੍ਹਨਾ ਹੈ। ਕਬਿਓ ਬਾਚ ਬੇਨਤੀ, ਇੱਥੇ ਰੁਕਣਾ ਹੈ, ਸਿੱਧਾ ਨਹੀਂ ਪੜ੍ਹ ਜਾਣਾ ਕਬਿਓ ਬਾਚ ਬੇਨਤੀ ਚੌਪਈ, ਇਸ ਤਰ੍ਹਾਂ ਨਹੀਂ। ਦੇਖੋ 2 ਡੰਡੀਆਂ ਲੱਗੀਆਂ ਹੋਈਆਂ। ਕਬਿਓ ਬਾਚ ਭਾਵ ਕੇ ਕਵੀ ਦੇ ਬਾਚ ਬਚਨ ਹਨ। ਕਵੀ ਕੌਣ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਤਿਗੁਰੂ ਕਹਿੰਦੇ ਕਿ ਮੇਰੀ ਆਪ ਜੀ ਦੇ ਹਜ਼ੂਰ ਕਵਿਤਾ ਰੂਪੀ ਇੱਕ ਬੇਨਤੀ ਹੈ ਅਕਾਲ ਪੁਰਖ ਜੀ। ਕਬਿਓ ਬਾਚ ਬੇਨਤੀ, ਮੇਰੀ ਇੱਕ ਬੇਨਤੀ ਹੈ ਜੋ ਮੈਂ ਕਵਿਤਾ ਦੇ ਰੂਪ ਦੇ ਵਿੱਚ ਆਪ ਜੀ ਦੇ ਹਜ਼ੂਰ ਕਰਨ ਲੱਗਾ ਹਾਂ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਆ ਚੌਪਈ। ਚੌਪਈ ਦਾ ਅਰਥ ਹੁੰਦਾ ਹੈ
एक छंद रूप हुंदा है चौपाई। आप जी गिण सकते हो, पहली ये 4 ਜਿਹੜੀਆਂ पंक्तियां तो बाद ਜਿਹੜਾ है 377 लिखिया होया है। सो ये 4 तुकां दी ਜਿਹੜੀ है एक चौपाई मन्नी गई है। 4 तुकां ਇਹਦੀਆਂ ਜਿਹੜੀਆਂ ਹਨ टोटल भी 24 पौड़ियां ਹਨ। सो ये ਜਿਹੜੀ है चौपाई सतगुरां ने उचारण की है। चार जो है बंदा दी भाव 4 पंक्तियां दी। ਤੇ ਇਹ ਛੰਦ ਰੂਪ ਹੈ ਚੌਪਈ। ਇਹਨੂੰ ਜਿਹੜਾ ਹੈ ਨਾ ਚੌਪਈ ਇੱਕ ਛੰਦ ਹੈ, ਭਾਵ ਜੋ ਕਵਿਤਾ ਲਿਖਣ ਦਾ ਢੰਗ ਹੁੰਦਾ ਇੱਕ ਚੌਪਈ ਸ਼ਬਦ ਦੇ ਵਿੱਚ, ਜਿਵੇਂ ਛੰਦ ਸਤਿਗੁਰਾਂ ਨੇ ਲਿਖੇ ਆ ਚੌਪਈਆਂ, ਇਹ ਚੌਪਈ ਦੇ ਵਿੱਚ ਆਉਂਦੀ ਹੈ। ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੀਆਂ ਜਿਵੇਂ ਅਸ਼ਟਪਦੀਆਂ ਹਨ, ਉਹ ਇੱਕ ਛੰਦ ਦੀ ਲਿਖਣ ਦੀ, ਇੱਕ ਕਵਿਤਾ ਲਿਖਣ ਦੀ ਚਾਲ ਹੁੰਦੀ ਹੈ, ਤੇ ਇਹ ਉਸ ਚਾਲ ਦਾ ਨਾਮ ਹੈ ਚੌਪਈ। ਜੋ ਚਾਲ ਅੱਗੇ ਚੱਲਣੀ ਹੈ, जिस तरीके दे नाल ये कविता अगे चलनी है, उस शब्द छंद का नाम है चौपई। चौपई सतगुरां ने यह उचारण की है। सतगुरु बख्शिश करते आ, हमरी करो हाथ दै रक्षा। हे वाहिगुरु जी, हे अकाल पुरख जी, साडी आप जी हाथ दे के रक्षा करो, साडी रखिया करनी करो। पूर्ण होए चित्त की इच्छा, ते आप जी कृपा करो साडे मन दी, साडे चित्त दी जिहड़ी इच्छा है वो पूर्ण हो जावे। की इच्छा है मन की, की इच्छा है चित्त की? तव चरणन मन रहे लग्या रवे। ये अकाल पुरख जी, साडे उत्ते ऐसी कृपा करो कि आप जी दे चरनां दे विच साडा जिहड़ा मन है वो लग्या रवे। तव चरणन मन रहे हमारा, अपना जान करो प्रतिपारा। आप जी मैनू, आप जी सानू अपना जान के साडी प्रतिपालना करो। हुण मैं आप जी नाल जदों आपां रहरा साहिब दी बाणी आरंभ कीती सी, बचन कीते सी, बेनती कीती सी कि जिन्ने भी शब्द हैं वो सतगुरु अकाल पुरख नूं संबोधन करके जिहड़े आ वो दस रहे आ। जिवें अकाल पुरख नूं सामने चितर के ते उन्हां दी वडियाई है हर शब्द दे विच। इसे तरह ये जिहड़ी चौपाई भी है, ये भी सतगुरां ने तां ही रहरास साहिब दे नाल पढ़न नूं कहा, क्योंकि इहदे विच जिहड़ी है मनुख दी अपनी विफलता है, अपना जिहड़ा है मन दा जिहड़ा है, जिवें आपां बेनती करदे हां ना किसी अगे, ते उहनूं सामने ਉਹਦੇ आपां बेनती करदे हां दोवें हत्थ जोड़ के। इस तरह सतगुरां ने भी सानूं इत्थे बेनती करन दी जाच जिहड़ी दस्सी है। इस करके चौपाई नूं सतगुरां ने नाल पढ़न लई कहा। देखो किदां सुंदर सतगुरां ने बचन किया, जिवें अकाल पुरख नूं सामने जान के कहा कि हमरी करो हाथ दै रक्षा, पूर्ण होए चित्त की इच्छा। ते अदक आप जी पढ़ सकते इहदे विच। दूसरी जिहड़ी सतगुरां दी बाणी गुरु ग्रंथ साहिब दे विच है, ਉਹਦੇ ਵਿੱਚ अदक नहीं है। इत्थे जिहड़ा है अदक लगे हुए आ, आप जी देख सकते हो। हमरी करो हाथ दै रक्षा, पूर्ण होए चित्त की इच्छा, तब चरणन मन रहे हमारा, अपना जान करो प्रतिवारा। सानू अपने जान के जिहड़ा है साडी प्रतिपालना करो। हमरे दुष्ट सबै तुम घावहो, साडे सारे दुश्मनां नू खत्म कर दो। घावहो भाव खत्म कर दो। हमरे दुष्ट सबै तुम घावहो, आप हाथ दै मोहे बचावहो। आप जी मैनू हथ दे के रखो, आप जी मैनू बचाउणा करो। सुखी बसै मोरो परवारा, मेरा परिवार सतगुरु कहते सुखी वसै। सेवक सिख सबै करतारा, ते जिहड़े मेरे सिख हैं सब सुखी वसते रहन। हे करतार जी, हे अकाल पुरख जी, सुखी वसै मोरो परिवारा, मेरा परिवार भी सुखी वसै। सेवक सिख सबै करतारा, हे करतार जी, हे अकाल पुरख जी, मेरे जिहड़े सेवक हैं, मेरे जिहड़े सिख हैं, वो भी सुखी वसन। सुखी बसै मोरो परवारा, सेवक सिख सबै करतारा, मोर अच्छा निज कर दै करिए। मोर अच्छा मेरी रखिया जिहड़ी है ना, आप जी निज करके मैनू अपना जान के निजता दे नाल जिहड़ा है ना मेरी रखिया करनी करो। अपना हथ दे के मेरी रखिया करो। मोर अच्छा निज कर दै करिए। कर दा अर्थ हुंदा हथ। मेरी जिहड़ी रखिया है ना, अपना हथ दे के मेरी रखिया करो। निज दा अर्थ है कि अपना हथ। मोर अच्छा निज कर दै, दै दलावां ला के करिए। इनू शब्द जइया लगा ना, करिए इस तरह पढ़ना। इनू करिए जां करिए नहीं पढ़ना, करिए।
ਯਈਆ ਜਿਹੜਾ ਪੂਰਾ ਬੋਲਣਾ ਦਲਾਵਾਂ ਲਾ ਕੇ। ਸਭ ਬੈਰਨ ਕਉ ਆਜ ਸੰਘਰੇਐ, ਸੰਘਰੇਐ ਇਸ ਤਰ੍ਹਾਂ ਪੜ੍ਹਨਾ ਹੈ ਜੀ। ਸਾਰਿਆਂ ਵੈਰੀਆਂ ਨੂੰ ਆਪ ਜੀ ਅੱਜ ਹੀ ਮਾਰ ਦਿਓ। ਜਿਹੜੇ ਵੈਰੀ ਹਨ ਉਹਨਾਂ ਨੂੰ ਮਾਰ ਦਿਓ, ਜਾਂ ਕਹਿ ਲਓ ਕਿ ਜੋ ਸਾਡੇ ਅੰਦਰ ਵਿਕਾਰ ਹਨ ਉਹ ਵਿਕਾਰ ਰੂਪੀ ਵੈਰੀਆਂ ਨੂੰ ਆਪ ਜੀ ਸੰਘਾਰ ਦਿਓ, ਖਤਮ ਕਰ ਦਿਓ। ਪੂਰਨ ਹੋਏ ਹਮਾਰੀ ਆਸਾ, ਸਾਡੀਆਂ ਜਿਹੜੀਆਂ ਆਸਾਂ ਹਨ ਉਹ ਪੂਰੀਆਂ ਹੋ ਜਾਣ, ਐਸੀ ਸਾਡੇ ਉੱਤੇ ਕਿਰਪਾ ਕਰੋ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੇਰੇ ਭਜਨ ਦੀ, ਤੇਰੀ ਬੰਦਗੀ ਦੀ, ਤੇਰੇ ਨਾਮ ਦੀ ਪਿਆਸ ਜਿਹੜੀ ਹੈ ਨਾ ਉਹ ਸਾਨੂੰ ਲੱਗੀ ਰਵੇ, ਇਹ ਸਾਡੀ ਆਸ ਹੈ। ਪੂਰਨ ਹੋਏ ਹਮਾਰੀ ਆਸਾ, ਇਹ ਸਾਡੀ ਆਸਾ ਜਿਹੜੀ ਪੂਰਨ ਹੋਵੇ। ਕਿਹੜੀ ਆਸ ਹੈ? ਤੋਰ ਭਜਨ ਕੀ ਰਹੇ ਪਿਆਸਾ, ਕਿ ਆਪ ਜੀ ਦੇ ਜਿਹੜੇ ਨਾਮ ਦੀ ਪਿਆਸ ਹੈ, ਆਪ ਜੀ ਦੇ ਭਜਨ ਦੀ ਪਿਆਸ ਹੈ, ਆਪ ਜੀ ਦੀ ਭਗਤੀ ਦੀ ਪਿਆਸ ਹੈ, ਉਹ ਜਿਹੜੀ ਸਾਡੀ ਬਣੀ ਰਵੇ, ਸਾਡੀ ਉਹ ਪਿਆਸ ਜਿਹੜੀ ਖਤਮ ਨਾ ਹੋਵੇ। ਤੋਰ ਭਜਨ ਕੀ ਰਹਿ ਪਿਆਸਾ। ਤੁਮਹੇ ਛਾੜ ਕੋਈ ਅਵਰ ਨਾ ਧਿਆਊ, ਯਈਆ ਲੱਗਾ ਧਿਆਊ। ਵਾਹਿਗੁਰੂ ਜੀ ਤੁਹਾਨੂੰ ਛੱਡ ਕੇ ਕਿਸੇ ਹੋਰ ਦੀ ਆਰਾਧਨਾ ਮੈਂ ਨਾ ਕਰਾਂ। ਜੋ ਵਰ ਚਾਹੋ ਸੋ ਤੁਮ ਤੇ ਪਾਓ। ਵਾਹਿਗੁਰੂ ਜੀ ਜੋ ਵੀ ਵਰ, ਜੋ ਵੀ ਮੈਨੂੰ ਚਾਹੀਦਾ ਹੈ, ਜਿਹੜਾ ਵੀ ਵਰ ਚਾਹੀਦਾ ਹੈ ਉਹ ਮੈਂ ਤੁਹਾਡੇ ਕੋਲੋਂ ਹੀ ਪ੍ਰਾਪਤ ਕਰਾਂ, ਕਿਸੇ ਹੋਰ ਕੋਲੋਂ ਨਹੀਂ। ਸੇਵਕ ਸਿੱਖ ਹਮਾਰੇ ਤਾਰੀਐ, ਕਿਰਪਾ ਕਰੋ ਆਪਣੇ ਸੇਵਕਾਂ ਨੂੰ ਵੀ ਤਾਰੋ, ਤੇ ਮੇਰੇ ਜਿਹੜੇ ਸਿੱਖ ਹਨ, ਮੇਰੇ ਜਿਹੜੇ ਸੇਵਕ ਹਨ ਉਹਨਾਂ ਨੂੰ ਆਪ ਜੀ ਤਾਰਨਾ ਕਰੋ। ਭਾਵ ਇਸ ਭਵ ਸਾਗਰ ਤੋਂ, ਇਸ ਸੰਸਾਰ ਤੋਂ ਉਹਨਾਂ ਨੂੰ ਤਾਰਨਾ ਕਰੋ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ। ਤੇ ਮੇਰੇ ਜਿਹੜੇ ਵੈਰੀ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਜਿਹੜੇ ਵੈਰੀ ਹਨ, ਕਿਰਪਾ ਕਰਕੇ ਉਹਨਾਂ ਨੂੰ ਚੁਣ ਚੁਣ ਕੇ ਮਾਰੋ। ਚੁਣ ਚੁਣ ਸਤਰ, ਸਤਰ ਦਾ ਅਰਥ ਹੁੰਦਾ ਸ਼ਤਰੂ। ਸ਼ਤਰੂ ਤੋਂ ਭਾਵ ਵੈਰੀ, ਦੁਸ਼ਮਣ। ਜਿਹੜੇ ਸ਼ਤਰੂ ਹਨ, ਜਿਹੜੇ ਵੈਰੀ ਹਨ ਮੇਰੇ, ਉਹਨਾਂ ਨੂੰ ਆਪ ਜੀ ਕਿਰਪਾ ਕਰਕੇ ਚੁਣ ਚੁਣ ਕੇ ਮਾਰਨਾ ਕਰੋ। ਸੇਵਕ ਸਿੱਖ ਹਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀਐ। ਆਪ ਹਾਥ ਦੈ ਮੁਝੈ ਉਭਰਿਐ, ਕਿਰਪਾ ਕਰਕੇ ਆਪ ਜੀ ਆਪ ਹਾਥ ਦੈ ਮੁਝੇ ਉਭਰਿਐ। ਉਭਰਿਐ ਇਸ ਤਰ੍ਹਾਂ ਪੜ੍ਹਨਾ ਯਈਆ ਦਲਾਵਾਂ ਲਾ ਕੇ, ਉਭਰਿਐ। ਆਪਣਾ ਹੱਥ ਦੇ ਕੇ ਮੇਰਾ ਉਧਾਰ ਕਰੋ। ਉਭਰਿਐ ਦਾ ਅਰਥ ਉਧਾਰ। ਆਪ ਜੀ ਕਿਰਪਾ ਕਰਕੇ ਸਾਡਾ ਉਧਾਰ ਕਰੋ। ਮਰਨ ਕਾਲ ਕਾ ਤਰਾਸ ਨਿਵਰਿਐ, ਮੌਤ ਦੇ ਡਰ ਨੂੰ ਜਿਹੜਾ ਹੈ ਦੂਰ ਕਰ ਦਿਓ ਸਾਡੇ। ਮਰਨ ਕਾਲ ਕਾ ਤਰਾਸ ਨਿਵਰਿਐ, ਐਸਾ ਜਿਹੜੀ ਕਿਰਪਾ ਹੈ ਸਾਡੇ ਤੇ ਕਰੋ, ਸਾਡੀ ਮੌਤ ਦਾ ਡਰ ਜਿਹੜਾ ਦੂਰ ਹੋ ਜਾਵੇ। ਭੋਜੋ ਸਦਾ ਹਮਾਰੇ ਪੱਛਾ, ਸਦਾ ਹੀ ਸਾਡੇ ਪੱਖ ਵਿੱਚ, ਸਦਾ ਹੀ ਮੇਰੇ ਪੱਖ ਦੇ ਵਿੱਚ ਰਹੋ। ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ, ਸਾਡੇ ਅੰਗ ਸੰਗ ਰਹੋ। ਭੋਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜ ਜੂ ਕਰਿਓ ਰੱਛਾ। ਕਿਰਪਾ ਕਰੋ ਸਤਿਗੁਰੂ ਜੀ, ਸ੍ਰੀ ਅਸਤੁਜ ਜੀ, ਸ੍ਰੀ ਅਸਤੁਜ, ਅਸਦਾ ਕਿਰਪਾਨ, ਧੁਜ ਕਿਰਪਾਨ ਨੇ ਜਿਹਨੂੰ ਫੜਿਆ ਹੋਵੇ। ਕਿਰਪਾ ਕਰੋ ਆਪ ਜੀ ਅਸਤੁਜ ਰੂਪ ਹੋ ਕਰਕੇ, ਕਿਰਪਾਨ ਪਕੜ ਕੇ, ਸ੍ਰੀ ਅਸਤੁਜ ਜੂ ਸਾਡੀ ਜਿਹੜੀ ਹੈ, ਜੂ ਦਾ ਅਰਥ ਜੀ, ਸ੍ਰੀ ਅਸਤੁਜ ਜੀ ਸਾਡੀ ਜਿਹੜੀ ਹੈ ਕਰਿਓ ਰੱਛਾ, ਸਾਡੀ ਰੱਖਿਆ ਕਰੋ ਆਪ ਜੀ ਕਿਰਪਾਨ ਫੜ ਕੇ। ਅਸ ਦਾ ਅਰਥ ਕਿਰਪਾਨ ਹੁੰਦਾ, ਧੁਜ ਦਾ ਅਰਥ ਕਿਰਪਾਨ ਨੂੰ ਫੜਨ ਵਾਲਾ ਅਕਾਲ ਪੁਰਖ ਪਰਮਾਤਮਾ। ਕਿਰਪਾ ਕਰਕੇ ਅਸਤੁਜ ਜੀ ਸਾਡੀ ਰੱਖਿਆ ਕਰਨੀ ਕਰੋ ਆਪ ਜੀ। ਰਾਖ ਲਿਓ ਮੋਹਿ ਰਾਖਣ ਹਾਰੇ, ਇਹ ਰੱਖਿਆ ਕਰਨ ਵਾਲੇ ਮੇਰੀ ਰੱਖਿਆ ਕਰੋ। ਰਾਖ ਲਿਓ ਮੋਹਿ ਰਾਖਣ ਹਾਰੇ, ਇਹ ਆਪ ਜੀ ਰੱਖਿਆ ਕਰਨ ਵਾਲੇ ਹੋ ਸਾਰਿਆਂ ਦੀ ਅਕਾਲ ਪੁਰਖ ਜੀ, ਇਸੇ ਤਰ੍ਹਾਂ ਸਾਡੀ ਵੀ ਆਪ ਜੀ ਰੱਖਿਆ ਕਰੋ। ਰਾਖ ਲਿਓ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਵਾਹਿਗੁਰੂ ਜੀ ਤੁਸੀਂ ਸਾਹਿਬ ਰੂਪ ਹੋ, ਸੁਆਮੀ ਹੋ ਸਾਡੇ, ਤੁਸੀਂ ਸੰਤ ਹੋ, ਤੁਸੀਂ ਗੁਰੂ ਨਾਨਕ ਸਾਹਿਬ ਹੋ, ਤੁਸੀਂ ਸਾਰੇ ਗੁਰੂ ਹੋ, ਸੰਤ ਰੂਪ ਹੋ ਆਪ ਜੀ ਹੀ। ਤੁਸੀਂ ਜੋ ਹੈ ਸਹਾਏ ਪਿਆਰੇ, ਤੁਸੀਂ ਸਹਾਇਕ ਹੋ ਤੇ ਪਿਆਰੇ ਹੋ। ਸਾਹਿਬ ਹੋ, ਸੰਤ ਹੋ, ਸਹਾਇਕ ਹੋ ਤੇ ਪਿਆਰੇ ਹੋ ਆਪ ਜੀ, ਸਾਡੀ ਰੱਖਿਆ ਕਰੋ। ਦੀਨ ਬੰਦ ਦੁਸ਼ਟਣ ਕੇ ਹੰਤਾ, ਤੁਸੀਂ ਦੀਨਾਂ ਬੰਧੂਆਂ ਤੇ ਦੁਸ਼ਟਾਂ ਨੂੰ ਸੰਘਾਰਨ ਵਾਲੇ ਹੋ। ਦੀਨ ਬੰਦ, ਦੀਨਾਂ ਦੀ ਰੱਖਿਆ ਕਰਨ ਵਾਲੇ ਤੇ ਉਹਨਾਂ ਨੂੰ ਬਚਾਉਣ ਵਾਲੇ ਹੋ, ਅਤੇ ਦੁਸ਼ਟਾਂ ਦੇ ਸੰਘਾਰਕ ਹੋ, ਭਾਵ ਦੁਸ਼ਟਾਂ ਨੂੰ ਖਤਮ ਕਰਨ ਵਾਲੇ ਹੋ। ਦੀਨ ਬੰਦ
दीना दे बंधु हो तुसी ते दुष्टां दा संघार करन वाले हो। दीन बंद दुष्टन के हंता तुम हो पुरी चतुर्दश कंता। चतुर्दश तुम हो पुरी चतुर्दश कंता। ਤੁਸੀਂ ਹੀ 14 ਪੁਰੀਆਂ ਦੇ ਸਵੰਤ ਹੋ। ਭਾਵ ਜਿੰਨੀਆਂ ਵੀ ਪੁਰੀਆਂ ਹਨ, ਜਿੰਨੇ ਵੀ ਬ੍ਰਹਿਮੰਡ ਹਨ, ਜਿੰਨੇ ਵੀ ਲੋਕ ਹਨ, ਉਹਨਾਂ ਸਾਰਿਆਂ ਲੋਕਾਂ ਦੇ, ਉਹਨਾਂ ਸਾਰਿਆਂ ਬ੍ਰਹਿਮੰਡਾਂ ਦੇ ਆਪ ਹੀ ਸਤਿਗੁਰੂ ਜੀ ਪਾਲਣਹਾਰ ਹੋ, ਆਪ ਹੀ ਉਹਨਾਂ ਦੀ ਰੱਖਿਆ ਕਰਨ ਵਾਲੇ ਹੋ। ਸਤਿਗੁਰੂ ਬਖਸ਼ਿਸ਼ ਕਰਦੇ ਆ। ਬੇਨਤੀ ਹੈ ਕਿ ਸਕਰੀਨ ਦੇ ਉੱਤੇ ਕੁਝ ਲਿਖੋ ਨਾ। ਕਾਲ ਪਾਏ ਬ੍ਰਹਮਾ ਬਪ ਧਰਾ। ਸਤਿਗੁਰੂ ਬਖਸ਼ਿਸ਼ ਕਰਦੇ ਆ। ਕਾਲ ਪਾਏ ਬ੍ਰਹਮਾ ਬਪ ਧਰਾ। ਸਮਾਂ ਆਣ ਤੇ ਹੀ ਬ੍ਰਹਮਾ ਨੇ ਸਰੀਰ ਧਾਰਨ ਕੀਤਾ। ਸਮਾਂ ਆਇਆ ਤੇ ਬ੍ਰਹਮਾ ਜਿਹੜਾ ਸੀ ਸਰੀਰ ਧਾਰਨ ਕਰਕੇ ਆਇਆ ਤੇ ਉਹ ਵੀ ਕਾਲ ਨੂੰ ਪ੍ਰਾਪਤ ਹੋ ਗਿਆ। ਅੰਤ ਨੂੰ ਉਹ ਵੀ ਇਸ ਸੰਸਾਰ ਤੋਂ ਚਲਾ ਗਿਆ। ਕਾਲ ਪਾਏ ਬ੍ਰਹਮਾ ਬਪ ਧਰਾ, ਜਿਹਨੇ ਸਰੀਰ ਧਾਰਨ ਕੀਤਾ ਸੀ, ਸਮਾਂ ਆਣ ਤੇ ਉਹ ਵੀ ਚਲਾ ਗਿਆ। ਕਾਲ ਪਾਏ, ਕਾਲ ਦਾ ਅਰਥ ਮੌਤ ਉਹਨੂੰ ਖਾ ਗਈ, ਸਮੇਂ ਨੇ ਉਹਨੂੰ ਖਤਮ ਕਰ ਦਿੱਤਾ। ਕਾਲ ਪਾਏ ਸ਼ਿਵਜੂ ਅਵਤਾਰਾ, ਤੇ ਸਮਾਂ ਪਾ ਕੇ ਜਿਹੜਾ ਸੀ ਸ਼ਿਵ ਇਸ ਧਰਤੀ ਤੇ ਆਇਆ ਤੇ ਉਹ ਵੀ ਜਿਹੜਾ ਸੀ ਖਤਮ ਹੋ ਗਿਆ। ਭਾਵ ਕਾਲ ਪਾਏ ਸ਼ਿਵਜੂ ਅਵਤਾਰਾ, ਉਹਦਾ ਅਵਤਾਰ ਹੋਇਆ ਤੇ ਸਮਾਂ ਪਾ ਕੇ ਉਹ ਵੀ ਚਲਾ ਗਿਆ। ਕਾਲ ਪਾਏ, ਸਮਾਂ ਪਾ ਕੇ ਬ੍ਰਹਮਾ ਇਸ ਧਰਤੀ ਤੇ ਆਇਆ, ਸਮਾਂ ਪਾ ਕੇ ਸ਼ਿਵ ਜੀ ਇਸ ਧਰਤੀ ਤੇ ਆਇਆ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਤੇ ਸਮਾਂ ਐਸਾ ਆਇਆ ਕਿ ਵਿਸ਼ਨੂੰ ਵੀ ਇਸ ਧਰਤੀ ਤੇ ਆਇਆ, ਉਹਦਾ ਵੀ ਇੱਥੇ ਪ੍ਰਕਾਸ਼ ਹੋਇਆ। ਸਕਲ ਕਾਲ ਕਾ ਕੀਆ ਤਮਾਸ਼ਾ। ਵਾਹਿਗੁਰੂ ਜੀ, ਇਹ ਤੇਰਾ ਹੀ ਕਾਲ ਜਿਹੜਾ ਉਹ ਰਚਿਆ ਹੋਇਆ ਹੈ। ਭਾਵ ਤੂੰ ਹੀ ਸਾਰਿਆਂ ਨੂੰ ਬਣਾਉਣ ਵਾਲਾ ਤੇ ਤੂੰ ਹੀ ਨਾਸ਼ ਕਰਨ ਵਾਲਾ ਹੈ। ਸਾਰੀ ਤੇਰੀ ਹੀ ਕਾਲ ਦੀ ਖੇਡ ਹੈ। ਕਈ ਜਿਹੜੇ ਬ੍ਰਹਮਾ ਬਣਾ ਕੇ ਖਤਮ ਕਰ ਰਿਹਾ ਹੈ, ਕਈ ਵਿਸ਼ਨ ਜਿਹੜੇ ਬਣਾ ਕੇ ਵਿਸ਼ਨੂੰ ਬਣਾ ਰਿਹਾ ਹੈ ਤੇ ਉਹਨਾਂ ਨੂੰ ਖਤਮ ਕਰ ਰਿਹਾ। ਸਮਾਜ ਦਾ ਨਾਲ ਕਾਲ ਉਹਨਾਂ ਨੂੰ ਖਾ ਰਿਹਾ ਹੈ ਤੇ ਸ਼ਿਵ ਜੀ ਜਿਹੜੇ ਆ ਉਹ ਵੀ ਕਾਲ ਦੇ ਅਧੀਨ ਆ, ਉਹਨਾਂ ਨੂੰ ਵੀ ਤੂੰ ਬਣਾ ਕੇ ਨਾਸ਼ ਕਰ ਰਿਹਾ। ਸ਼ਿਵ ਜੀ ਨੂੰ ਕਾਲ ਦਾ ਰੂਪ ਮੰਨਿਆ ਜਾਂਦਾ ਕਿ ਉਹ ਕਾਲ ਜਿਹੜਾ ਹੈ, ਸ਼ਿਵ ਜੀ ਜਿਹੜਾ ਹੈ ਉਹ ਕਾਲ ਰੂਪ ਹੈ। ਪਰ ਸਤਿਗੁਰੂ ਕਹਿੰਦੇ ਕਿ ਕਾਲ ਦੇ ਵਿੱਚ ਸ਼ਿਵ ਜੀ ਵੀ ਹੈ। ਸ਼ਿਵ ਜੀ ਵੀ ਜਿਹੜਾ ਹੈ, ਜਿਹਨੂੰ ਲੋਕ ਕਹਿੰਦੇ ਆ ਕਿ ਕਾਲ ਦਾ ਰੂਪ ਹੈ, ਪਰ ਸ਼ਿਵ ਜੀ ਨੂੰ ਵੀ ਕਾਲ ਖਾ ਜਾਂਦਾ ਹੈ। ਸ਼ਿਵ ਜੀ ਵੀ ਕਾਲ ਦੇ ਨਾਲ ਇਸ ਧਰਤੀ ਤੇ ਆਇਆ ਸਮੇਂ ਦੇ ਨਾਲ, ਤੇ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਉਹੀ ਜਿਹੜਾ ਸ਼ਿਵ ਸੀ ਉਹਨੂੰ ਵੀ ਕਾਲ ਖਾ ਗਿਆ, ਉਹਨੂੰ ਵੀ ਕਾਲ ਰਹਿ ਗਿਆ। ਸਤਿਗੁਰੂ ਕਹਿੰਦੇ ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਤੇਰਾ ਕਾਲਾਂ ਦਾ ਹੀ ਤਮਾਸ਼ਾ ਹੈ, ਤੇਰਾ ਜਿਹੜਾ ਰਚਿਆ ਹੋਇਆ ਕੌਤਕ ਹੈ ਨਾ। ਤੂੰ ਸਮੇਂ ਦੇ ਵਿੱਚ ਜੀਵ ਨੂੰ ਬਣਾਉਣਾ ਹੈ ਤੇ ਸਮੇਂ ਦੇ ਨਾਲ ਉਹਨੂੰ ਲੈ ਜਾਣਾ ਹੈ। ਸਕਲ ਕਾਲ ਕਾ ਕੀਆ ਤਮਾਸ਼ਾ, ਇਹ ਤੇਰਾ ਹੀ ਰਚਿਆ ਹੋਇਆ ਜਿਹੜਾ ਹੈ ਤਮਾਸ਼ਾ ਹੈ। ਜਵਨ ਕਾਲ ਜੋਗੀ ਸ਼ਿਵ ਕੀਓ, ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ। ਜਿਹੜਾ ਜਵਨ ਕਾਲ, ਜਿਹੜਾ ਕਾਲ ਹੈ, ਉਹਨੇ ਹੀ ਜੋਗੀ ਨੂੰ ਇੱਥੇ ਪੈਦਾ ਕੀਤਾ ਸੀ। ਸ਼ਿਵ ਜੀ ਨੂੰ ਜਿਹੜਾ ਸੀ ਇੱਥੇ ਪੈਦਾ ਕੀਤਾ, ਉਹਨੇ ਜੋਗ ਮਤ ਲਾਇਆ। ਵੇਦ ਰਾਏ ਬ੍ਰਹਮਾ ਜੂ ਥੀਓ, ਅਤੇ ਬ੍ਰਹਮਾ ਨੂੰ ਵੇਦਾਂ ਦਾ ਰਾਜਾ ਬਣਾ ਦਿੱਤਾ। ਜਿਹੜਾ ਜੋਗ ਮਤ ਸ਼ਿਵ ਜੀ ਤੋਂ ਚੱਲਿਆ ਨਾ, ਮੰਨਿਆ ਜਾਂਦਾ। ਤੇ ਸਤਿਗੁਰੂ ਕਹਿੰਦੇ ਕਾਲ ਦੇ ਵਿੱਚ ਸ਼ਿਵ ਜੀ ਪੈਦਾ ਹੋਇਆ ਸੀ ਤੇ ਉਹਨੇ ਫਿਰ ਜੋਗ ਮਤ ਜਿਹੜਾ ਸ਼ੁਰੂ ਕੀਤਾ, ਪਰ ਹੈ ਸਾਰਾ ਕੁਝ ਕਾਲ ਦੇ ਵਿੱਚ ਹੀ। ਤੇ ਵੇਦ ਰਾਜ ਬ੍ਰਹਮਾ ਜੂ ਥੀਓ, ਜਈਆ ਜਿਹੜਾ ਥੀਓ ਕੀਓ, ਇਹਨੂੰ ਥੋੜਾ ਭਾਰਾ ਕਰਕੇ ਬੋਲਣਾ, ਜਈਆ ਬੋਲਣਾ। ਕੀਓ ਆਪਾਂ ਊੜਾ ਬੋਲ ਦਿੰਦੇ ਆ ਨਾ, ਕੀਓ, ਇੱਥੇ ਕੀਓ ਜਈਆ ਪੂਰਾ ਬੋਲਣਾ, ਥੀਓ ਇਸ ਤਰ੍ਹਾਂ ਕਰਕੇ ਬੋਲਣਾ। ਵੇਦ ਰਾਜ ਬ੍ਰਹਮਾ ਜੂ ਥੀਓ, ਤੇ ਸਮੇਂ ਦੇ ਨਾਲ ਬ੍ਰਹਮਾ ਜੀ ਆਏ ਤੇ ਉਹਨਾਂ ਨੂੰ ਤੁਸੀਂ ਜਿਹੜਾ ਹੈ ਵੇਦਾਂ ਦਾ ਰਾਜਾ ਬਣਾਤਾ। ਉਹ ਵੇਦ ਪੜ੍ਹਨ ਲੱਗ ਪਏ, ਵੇਦਾਂ ਨੂੰ ਉਹਨਾਂ ਨੇ ਰਚਨਾ ਕੀਤਾ, ਵੇਦ ਬਣਾਏ। ਜਵਨ ਕਾਲ ਸਭ ਲੋਕ ਸਵਾਰਾ, ਜਿਸ ਕਾਲ ਨੇ ਸਾਰਿਆਂ ਲੋਕਾਂ ਨੂੰ, ਸਾਰਿਆਂ ਭਵਨਾਂ ਨੂੰ, ਸਾਰੀਆਂ ਜਗ੍ਹਾ ਦੇ ਉੱਤੇ ਸਾਰਿਆਂ ਨੂੰ ਸਵਾਰਿਆ ਹੈ। ਭਾਵ ਤੇਰੇ ਕਾਲ ਦਾ ਤਮਾਸ਼ਾ ਹੈ ਚਾਰੇ ਪਾਸੇ, ਹਰ ਪਾਸੇ ਜਿਹੜਾ ਹੈ ਤੂੰ ਹੀ ਸ਼ਿਵ ਜੀ ਵਰਗਿਆਂ ਨੂੰ ਪੈਦਾ ਕੀਤਾ, ਉਹਨਾਂ ਨੇ ਜੋਗ ਮਤ ਚਲਾਇਆ। ਜਿਹੜਾ ਹੈ ਤੂੰ ਹੀ ਬ੍ਰਹਮੇ ਵਰਗੇ ਨੂੰ ਪੈਦਾ ਕੀਤਾ, ਜਿਨ੍ਹਾਂ ਨੇ ਸਾਰੇ ਵੇਦਾਂ ਦੀ ਰਚਨਾ ਕੀਤੀ। ਫਿਰ ਤੂੰ ਸਾਰੇ ਲੋਕਾਂ ਨੂੰ ਬਣਾਉਣ ਵਾਲਾ, ਸਾਰੇ ਸੰਸਾਰ ਨੂੰ ਬਣਾਉਣ ਵਾਲਾ ਤੂੰ ਹੀ ਹੈ, ਸਾਰੇ ਭਵਨਾਂ ਨੂੰ ਬਣਾਉਣ ਵਾਲਾ ਤੂੰ ਹੀ ਹੈ। ਪਰ ਬਣਾਇਆ ਕਿਹਦੇ ਵਿੱਚ? ਕਾਲ ਦੇ ਵਿੱਚ। ਜਮਨ ਕਾਲ ਸਭ ਲੋਕ ਸਵਾਰਾ, ਸਾਰਾ ਕੁਝ ਤੂੰ ਕਾਲ ਦੇ ਵਿੱਚ ਹੀ ਬਣਾਇਆ ਹੈ, ਸਮੇਂ ਦੇ ਵਿੱਚ ਹੀ ਬਣਾਇਆ ਹੈ। ਨਮਸਕਾਰ ਹੈ ਤਾਹੀ ਹਮਾਰਾ। ਇਸ ਕਰਕੇ ਵਾਹਿਗੁਰੂ ਜੀ ਆਪ ਜੀ ਨੂੰ ਸਾਡੀ ਨਮਸਕਾਰ ਹੈ, ਕਿਉਂਕਿ ਤੁਸੀਂ ਕਾਲ ਤੋਂ ਬਾਹਰ ਹੋ। ਹੁਣ ਸੰਸਾਰ ਜਿਹੜਾ ਸਮੁੱਚਾ ਸੰਸਾਰ ਕਾਲ ਦੇ ਵਿੱਚ ਹੈ। ਅੱਜ ਇੱਕ ਕਿਸੇ ਨੇ ਮਹਿਲ ਬਣਾਇਆ, ਆਪਾਂ ਪੁਰਾਣੇ ਬਣੇ ਮਹਿਲ ਦੇਖਦੇ ਹਾਂ
ਤੇ ਸਮਾਂ ਪਾ ਕੇ ਕਾਲ ਦੇ ਨਾਲ, ਸਮੇਂ ਦੇ ਨਾਲ ਖਤਮ ਹੋ ਜਾਂਦੇ, ਖੰਡਰ ਬਣ ਜਾਂਦੇ ਆ। ਇੱਕ ਸਰੀਰ ਬਣਿਆ ਬੱਚੇ ਦਾ, ਸਮਾਂ ਲੰਘ ਗਿਆ, ਸਮਾਂ ਪਿਆ ਤੇ ਉਹ ਬਜ਼ੁਰਗ ਹੋਵੇਗਾ, ਜਵਾਨ ਹੋਵੇਗਾ, ਬਜ਼ੁਰਗ ਹੋਵੇਗਾ, ਫਿਰ ਉਹਦਾ ਨਾਸ਼ ਹੋਏਗਾ, ਫਿਰ ਮਿੱਟੀ ਹੋ ਜਾਏਗਾ। ਇਹ ਸਾਰਾ ਕਾਲ ਦਾ ਤਮਾਸ਼ਾ ਹੈ ਨਾ। ਔਰ ਸਤਿਗੁਰੂ ਜੀ ਕਹਿ ਰਹੇ ਆ ਕਿ ਇਹ ਨਮਸਕਾਰ ਹੈ ਵਾਹਿਗੁਰੂ ਜੀ ਆਪ ਜੀ ਨੂੰ, ਕਿਉਂਕਿ ਤੁਸੀਂ ਜੋ ਹੈ ਇਸ ਕਾਲ ਦੇ ਤਮਾਸ਼ੇ ਤੋਂ ਬਾਹਰ ਹੈ ਉਹ ਆਪ ਜੀ ਦੇ ਉੱਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਹੈ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਆਪ ਜੀ ਨੂੰ ਸਾਡੀ ਨਮਸਕਾਰ ਹੈ। ਕਿਉਂਕਿ ਆਪ ਜੀ ਦਾ ਇਹ ਸਾਰਾ ਜਿਹੜਾ ਤਮਾਸ਼ਾ ਚੱਲ ਰਿਹਾ ਹੈ, ਪਰ ਆਪ ਜੀ ਜੋ ਹੈ ਇਸ ਸਮੇਂ ਦੇ ਚੱਕਰ ਤੋਂ, ਇਸ ਕਾਲ ਦੇ ਚੱਕਰ ਤੋਂ ਬਾਹਰ ਹੋ। ਜਮਨ ਕਾਲ ਸਭ ਜਗਤ ਬਣਾਇਓ। ਸਤਿਗੁਰੂ ਕਹਿੰਦੇ ਆ ਜਿਸ ਕਾਲ ਨੇ, ਜਮਨ ਦਾ ਅਰਥ ਜਿਸ ਕਾਲ ਨੇ ਸਾਰਾ ਜਗਤ ਬਣਾਇਆ ਹੈ, ਸਾਰਾ ਜਗ ਜਿਹੜਾ ਹੈ ਉਸ ਕਾਲ ਦੇ ਅਧੀਨ ਹੈ। ਸੰਸਾਰ ਤੇ ਕੋਈ ਵੀ ਚੀਜ਼ ਪੈਦਾ ਹੋਈ ਹੈ ਨਾ, ਸਮੇਂ ਨੇ ਇਹਨੂੰ ਖਾ ਲਿਆ, ਸਮੇਂ ਨੇ ਇਹਨੂੰ ਖਤਮ ਕਰ ਦਿੱਤਾ। ਭਾਵੇਂ ਵੱਡੇ ਵੱਡੇ ਰਾਜੇ ਮਹਾਰਾਜੇ ਇਸ ਧਰਤੀ ਤੇ ਆਏ, ਪਰ ਸਮਾਂ ਉਹਨਾਂ ਨੂੰ ਵੀ ਖਾ ਗਿਆ। ਸਤਿਗੁਰੂ ਬਖਸ਼ਿਸ਼ ਕਰਦੇ ਆ, ਜਮਨ ਕਾਲ ਸਭ ਜਗਤ ਬਣਾਇਓ। ਸਾਰਾ ਜਗਤ ਜਿਹੜਾ ਹੈ ਨਾ ਉਹ ਕਾਲ ਦੇ ਅਧੀਨ ਹੈ। ਦੇਵ ਦੈਂਤ ਜਛਣ ਉਪਜਾਇਓ। ਵਾਹਿਗੁਰੂ ਜੀ ਤੂੰ ਦੇਵਤੇ, ਦੈਂਤ ਤੇ ਜਕਸ਼ ਜਿੰਨੇ ਵੀ ਆਪ ਜੀ ਨੇ ਪੈਦਾ ਕੀਤੇ ਆ ਨਾ, ਜਸ਼ਨ ਉਪਜਾਇਓ, ਜਿੰਨੇ ਵੀ ਆਪ ਜੀ ਨੇ ਮਨੁੱਖ ਤੇ ਦੇਵਤੇ ਤੇ ਦੈਂਤ ਪੈਦਾ ਕੀਤੇ ਆ, ਇਹ ਸਾਰੇ ਹੀ ਕਾਲ ਦੇ ਅਧੀਨ ਆ। ਆਦ ਅੰਤ ਇੱਕੈ ਅਵਤਾਰਾ, ਜੋ ਆਦ ਤੋਂ ਅੰਤ ਤੱਕ ਅਵਤਰਤ ਹੈ, ਭਾਵ ਪ੍ਰਕਾਸ਼ਮਾਨ ਹੈ, ਸਦਾ ਹੀ ਜਿਹਦਾ ਪ੍ਰਕਾਸ਼ ਰਹਿੰਦਾ ਹੈ। ਜਿਹੜਾ ਹੁਣ ਸਤਿਗੁਰਾਂ ਨੇ ਗੱਲ ਕੀਤੀ ਕਿ ਸਾਰਾ ਸੰਸਾਰ ਕਾਲ ਦੇ ਅਧੀਨ ਹੈ, ਪਰ ਜਿਹੜਾ ਅਕਾਲ ਪੁਰਖ ਹੈ ਉਹ ਆਦ ਤੋਂ ਲੈ ਕੇ ਅੰਤ ਤੱਕ, ਧਰਤੀ ਦੇ ਮੁੱਢ ਤੋਂ ਮੁੱਢ ਤੱਕ, ਜਿੱਥੋਂ ਤੱਕ ਵੀ ਹੈ ਅੰਤ ਤੱਕ ਉਹੀ ਜਿਹੜਾ ਹੈ ਉਹੀ ਰਹਿਣਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ। ਸੰਸਾਰ ਜਿਹੜਾ ਬਣੇਗਾ, ਖਤਮ ਹੋਏਗਾ, ਪਰ ਉਹ ਅਕਾਲ ਪੁਰਖ ਜਿਹੜਾ ਹੈ ਉਹਦਾ ਕੋਈ ਅੰਤ ਨਹੀਂ ਹੈ। ਆਦ ਅੰਤ ਇੱਕ ਹੀ ਅਵਤਾਰਾ, ਜਿਹੜਾ ਪ੍ਰਕਾਸ਼ਮਾਨ ਹੈ ਸਦਾ ਵਾਸਤੇ, ਜਿਹਦਾ ਸਦਾ ਹੀ ਅਵਤਾਰ ਹੈ ਇਸ ਧਰਤੀ ਦੇ ਉੱਤੇ, ਉਹ ਅਕਾਲ ਪੁਰਖ ਹੈ। ਆਦ ਅੰਤ ਇੱਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਸਤਿਗੁਰਾਂ ਨੂੰ ਪੁੱਛੀਏ ਕਿ ਸਤਿਗੁਰੂ ਫਿਰ ਤੁਹਾਡਾ ਗੁਰੂ ਕੌਣ? ਸਤਿਗੁਰੂ ਕਹਿੰਦੇ ਜਿਹੜਾ ਆਦ ਅੰਤ ਇੱਕੇ ਅਵਤਾਰਾ, ਜਿਹੜਾ ਸਦਾ ਹੀ ਰਹਿਣ ਵਾਲਾ ਹੈ ਅਕਾਲ ਪੁਰਖ, ਉਹ ਸਾਡਾ ਗੁਰੂ ਹੈ। ਸੋਈ ਗੁਰੂ ਸਮਝਿਓ ਯਈਆ ਪੂਰਾ ਪੰਨਾ, ਸਮਝਿਓ ਹਮਾਰਾ। ਵਾਹਿਗੁਰੂ ਜੀ ਉਹ ਹੀ ਜਿਹੜਾ ਹੈ ਸਾਡਾ ਗੁਰੂ ਹੈ, ਜਿਹੜਾ ਅਕਾਲ ਪੁਰਖ ਸਦੀਵੀ ਤੌਰ ਤੇ ਸਥਿਰ ਹੈ, ਜਿਹੜਾ ਸੰਸਾਰ ਦੇ ਉੱਤੇ ਪੱਕੇ ਤੌਰ ਦੇ ਉੱਤੇ ਸਥਿਰ ਹੈ ਨਾ, ਉਹੀ ਸਤਿਗੁਰੂ ਕਹਿੰਦੇ ਸਾਡਾ ਗੁਰੂ ਹੈ, ਉਹਨੂੰ ਸਾਡਾ ਗੁਰੂ ਸਮਝੋ। ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ। ਸਤਿਗੁਰੂ ਕਹਿੰਦੇ ਉਸ ਅਕਾਲ ਪੁਰਖ ਨੂੰ ਸਾਡੀ ਨਮਸਕਾਰ ਹੈ। ਸਕਲ ਪ੍ਰਜਾ ਜਿਨ ਆਪ ਸਵਾਰੀ, ਜਿਨੇ ਇਹ ਸਾਰੀ ਪ੍ਰਜਾ, ਜਿੰਨੇ ਵੀ ਲੋਕ ਹਨ ਸਾਰਿਆਂ ਨੂੰ ਜਿਹਨੇ ਸਵਾਰਿਆ ਹੋਇਆ ਹੈ, ਜਿਹਨੇ ਬਣਾਇਆ ਹੋਇਆ ਹੈ ਸਾਰਿਆਂ ਨੂੰ। ਸਕਲ ਪ੍ਰਜਾ ਜਿਨ ਆਪ ਸਵਾਰੀ, ਜਿਹਨੇ ਆਪ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ ਤੇ ਸਵਾਰੀ ਹੋਈ ਹੈ। ਸ਼ਿਵ ਕਨ ਕੋ ਸੇਵ ਗੁਣ ਸੁਖ ਦਿਓ। ਹੇ ਪਰਮ ਸਤਾ, ਹੇ ਵਾਹਿਗੁਰੂ ਜੀ, ਤੁਸੀਂ ਸੇਵਕਾਂ ਨੂੰ ਸ਼ੁਭ ਗੁਣ ਅਤੇ ਸੁਖ ਦਿੱਤਾ ਹੈ। ਸੇਵਕਨ ਦਾ ਅਰਥ ਸੇਵਕਾਂ ਨੂੰ, ਸੇਵਕਨ ਕੋ ਸੇਵ ਗੁਣ। ਵਾਹਿਗੁਰੂ ਜੀ ਆਪ ਜੀ ਨੇ ਸ਼ੁਭ ਗੁਣ ਜਿਹੜੇ ਦਿੱਤੇ ਆ, ਸੁੱਖ ਨਾਲੇ ਸੁੱਖ ਦਿੱਤੇ ਆ ਸੇਵਕਾਂ ਨੂੰ। ਜਿਹੜੇ ਤੇਰੀ ਸੇਵਾ ਕਰਦੇ ਹਨ ਉਹਨਾਂ ਨੂੰ ਤੁਸੀਂ ਨਾਲੇ ਤੇ ਸ਼ੁਭ ਗੁਣ ਦਿੰਦੇ ਹੋ ਤੇ ਨਾਲੇ ਉਹਨਾਂ ਨੂੰ ਸੁੱਖ ਦਿੰਦੇ ਹੋ। ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਵੱਧ ਕੀਓ। ਵੱਧ ਦਾ ਅਰਥ ਹੁੰਦਾ ਵੱਧ ਕਰਨਾ, ਵੱਢ ਦੇਣਾ, ਪਰ ਸ਼ਤਰੂ ਜਿਹੜੇ ਹਨ ਉਹਨਾਂ ਨੂੰ ਤੁਸੀਂ ਪਲ ਛਿਣ ਦੇ ਵਿੱਚ ਨਾਸ਼ ਕਰ ਦਿੰਦੇ ਹੋ, ਉਹਨਾਂ ਦਾ ਵੱਧ ਕਰ ਦਿੰਦੇ ਹੋ, ਉਹਨਾਂ ਨੂੰ ਮਾਰ ਦਿੰਦੇ ਹੋ। ਸਤਰਨ ਕੋ ਪਲ ਮੋਹ ਵੱਧ ਕੀਓ। ਵਾਹਿਗੁਰੂ ਜੀ ਆਪ ਜੀ ਜੋ ਆਪ ਜੀ ਦੀ ਸੇਵਾ ਵਿੱਚ ਲੱਗੇ ਹਨ, ਉਹਨਾਂ ਨੂੰ ਤੁਸੀਂ ਸ਼ੁਭ ਗੁਣ ਦਿੰਦੇ ਹੋ ਤੇ ਉਹਨਾਂ ਨੂੰ ਤੁਸੀਂ ਸੁੱਖ ਦਿੰਦੇ ਹੋ, ਤੇ ਉਹਨਾਂ ਦੇ ਜਿਹੜੇ 5 ਵਿਕਾਰ ਰੂਪੀ ਜਿਹੜੇ ਸ਼ਤਰੂ ਹਨ ਉਹਨਾਂ ਨੂੰ ਆਪ ਜੀ ਪਲ ਦੇ ਵਿੱਚ ਖਤਮ ਕਰ ਦਿੰਦੇ ਹੋ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਸ਼ਤਰੂਆਂ ਨੂੰ ਆਪ ਜੀ ਇੱਕ ਪਲ ਦੇ ਵਿੱਚ ਵੱਢ ਦਿੰਦੇ ਹੋ, ਜਿਹੜੇ ਆਪ ਜੀ ਦੇ ਸੇਵਕ ਹਨ। ਸੇਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਵੱਧ ਕੀਓ। ਕੁਝ ਜਿਹੜਾ ਹੈ ਇੱਥੇ ਸਿਹਾਰੀ ਵੀ ਲੱਗੀ ਹੋਈ ਆ,
उस जगह के उत्ते जिहड़ा सब गुण शब्द आप जी देख रहे हो ना, इत्थे सिहारी नाल भी कई कई जगह आउंदा है ते सब गुण सस्ता मुक्त सिहारी तो मुक्ता भी आउंदा है। सेवकान को सब गुण सुख दियो, सतरन को पल मोह वध कियो। आप जी ਜਿਹੜੇ ਸ਼ਤਰੂ ਹਨ ਉਹਨਾਂ ਦਾ ਇੱਕ ਪਲ ਦੇ ਵਿੱਚ ਵੱਧ ਕਰ ਦਿੰਦੇ ਹੋ। ਵਾਹਿਗੁਰੂ ਸਤਰਨ ਕੋ ਪਲ ਮੋਹ ਵੱਧ ਕੀਓ। ਵਾਹਿਗੁਰੂ ਘਟ ਘਟ ਕੇ ਅੰਤਰ ਕੀ ਜਾਣਤ। ਵਾਹਿਗੁਰੂ ਜੀ ਆਪ ਜੀ ਤੁਸੀਂ ਹਰ ਇੱਕ ਦੇ ਅੰਦਰ ਦੀ ਗੱਲ ਨੂੰ ਜਾਣਦੇ ਹੋ। ਘਟ ਘਟ ਕੇ ਅੰਤਰ ਕੀ ਜਾਣਤ, ਸਾਰਿਆਂ ਦੇ ਹਿਰਦੇ ਵਿੱਚ ਕੀ ਹੈ। ਆਪ ਜੀ ਹੁਣ ਪਹਿਲੋਂ ਸਤਿਗੁਰਾਂ ਨੇ ਉਹਨੂੰ ਅਕਾਲ ਪੁਰਖ ਨੂੰ ਜਿਹੜਾ ਹੈ ਉਹ ਦੱਸਿਆ ਕਿ ਉਹ ਕਾਲ ਤੋਂ ਪਰੇ ਹੈ। ਹੁਣ ਸਤਿਗੁਰੂ ਕਹਿੰਦੇ ਕਿ ਅੰਤਰਜਾਮੀ ਹੈ। ਘਟ ਘਟ ਕੇ ਅੰਤਰ ਕੀ ਜਾਣਦੇ। हे ਅਕਾਲ ਪੁਰਖ ਜੀ ਤੁਸੀਂ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਹੋ। ਭਲੇ ਬੁਰੇ ਕੀ ਪੀਰ ਪਛਾਣਤ, ਤੁਸੀਂ ਭਲਾ ਕੌਣ ਹੈ ਬੁਰਾ ਕੌਣ ਹੈ, ਕਿਹਨੂੰ ਕਿਹਨੂੰ ਦੁੱਖ ਹੈ, ਇਹ ਆਪ ਜੀ ਪਛਾਣਦੇ ਹੋ ਕਿ ਕੌਣ ਦੁਖੀ ਹੈ ਸੰਸਾਰ ਉੱਤੇ, ਕੌਣ ਭਲਾ ਬੰਦਾ ਹੈ ਕਿਹੜਾ ਬੁਰਾ ਹੈ, ਇਹਦੀ ਤੁਸੀਂ ਪਛਾਣ ਕਰਦੇ ਹੋ। ਕਿਉਂ? ਕਿਉਂਕਿ ਆਪ ਜੀ ਅੰਤਰਜਾਮੀ ਹੋ। ਆਪ ਜੀ ਘਟਾਂ ਘਟਾਂ ਦੀ ਜਾਣਕਾਰੀ ਰੱਖਦੇ ਹੋ। ਆਪ ਜੀ ਹਿਰਦਿਆਂ ਨੂੰ ਜਾਣਨ ਵਾਲੇ ਹੋ। ਅੰਤਰਜਾਮੀ ਰੂਪ ਹੋ ਆਪ ਜੀ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਚੀਟੀ ਤੇ ਕੁੰਚਰ ਅਸਥੂਲਾ, ਈੜੀ ਤੋਂ ਲੈ ਕੇ ਵੱਡੇ ਜਿਹੜਾ ਹਾਥੀ ਹੈ ਉੱਥੋਂ ਤੱਕ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਵਾਹਿਗੁਰੂ ਜੀ ਸਾਰਿਆਂ ਦੇ ਉੱਤੇ ਤੇਰੀ ਕਿਰਪਾ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਜੀਵ ਆ ਜਾਂਦੇ ਆ। ਭਾਵ ਸਮੁੱਚੀ ਸ੍ਰਿਸ਼ਟੀ ਉੱਤੇ ਆਪ ਜੀ ਦੀ ਹੀ ਕਿਰਪਾ ਹੈ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਆਪ ਜੀ ਦੀ ਦ੍ਰਿਸ਼ਟੀ ਆਪ ਜੀ ਉਹਨਾਂ ਦੇ ਉੱਤੇ ਰੱਖ ਰਹੇ ਹੋ। ਭਾਵੇਂ ਉਹ ਕੀੜੀ ਹੈ ਉਹਦੇ ਉੱਤੇ ਵੀ ਆਪ ਜੀ ਦੀ ਨਿਗਾਹ ਹੈ, ਤੇ ਭਾਵੇਂ ਉਹ ਹਾਥੀ ਹੈ ਉਹਦੇ ਉੱਤੇ ਵੀ ਆਪ ਜੀ ਦੀ ਨਿਗਾਹ ਹੈ, ਆਪ ਜੀ ਦੀ ਕਿਰਪਾ ਹੈ। ਤੇ ਉਹਨਾਂ ਨੂੰ ਆਪ ਜੀ ਵੇਖ ਕੇ ਪ੍ਰਸੰਨ ਹੋ ਰਹੇ। ਭਾਵ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਿਰਪਾ ਕਰ ਰਹੇ ਹੋ, ਉਹਨਾਂ ਦੇ ਉੱਤੇ ਨਿਗਾਹ ਰੱਖ ਰਹੇ ਹੋ, ਉਹਨਾਂ ਨੂੰ ਆਪਣੀ ਦ੍ਰਿਸ਼ਟੀ 'ਚ ਰੱਖ ਰਹੇ ਹੋ। ਤੇ ਫਿਰ ਨਾਲ ਹੀ ਵੇਖ ਕੇ ਆਪ ਜੀ ਉਹਨਾਂ ਨੂੰ ਫੁੱਲਾਂ ਦਾ ਅਰਥ ਪ੍ਰਸੰਨ ਵੀ ਹੋ ਰਹੇ। ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਆਪ ਜੀ ਪ੍ਰਸੰਨ ਵੀ ਹੋ ਰਹੇ ਹੋ ਉਹਨਾਂ ਨੂੰ ਦੇਖ ਕੇ। ਸੰਤਨ ਦੁੱਖ ਪਾਏ ਤੇ ਦੁਖੀ, ਸੰਤਨ ਦੁੱਖ ਪਾਏ ਤੇ ਦੁਖੀ, ਸੰਤਾਂ ਦੇ ਦੁਖੀ ਹੋਣ ਤੇ ਤੁਸੀਂ ਦੁਖੀ ਹੋ ਜਾਂਦੇ ਹੋ। ਭਾਵ ਜੇ ਕੋਈ ਸੰਤ ਦੁਖੀ ਹੁੰਦਾ, ਜਿਹੜਾ ਆਪ ਜੀ ਨੂੰ ਯਾਦ ਕਰਨ ਵਾਲਾ ਕੋਈ ਭਗਤ ਜਨ ਹੈ, ਕੋਈ ਸੰਤ ਜਨ ਹੈ ਜੋ ਆਪ ਜੀ ਦਾ ਨਾਮ ਜਪਦਾ ਹੈ, ਜੇ ਕਿਤੇ ਉਹ ਥੋੜਾ ਜਿਹਾ ਵੀ ਦੁਖੀ ਹੋ ਜਾਵੇ ਮਹਾਰਾਜ, ਤੁਸੀਂ ਉਦੋਂ ਆਪ ਵੀ ਦੁਖੀ ਹੋ ਜਾਂਦੇ ਹੋ। ਸੱਚੇ ਪਾਤਸ਼ਾਹ ਸੰਤਾਂ ਦੇ ਦੁਖੀ ਹੋਣ ਤੇ ਤੁਸੀਂ ਵੀ ਦੁਖੀ ਹੋ ਜਾਂਦੇ ਹੋ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਅਤੇ ਸਾਧਾਂ ਦੇ ਸੁਖ ਪ੍ਰਾਪਤ ਕਰਨ ਤੇ ਸੁਖੀ ਹੋ ਜਾਂਦੇ ਹੋ। ਤੇ ਜਦੋਂ ਤੇਰੇ ਭਗਤ ਜਨ ਤੈਨੂੰ ਜਪਦੇ ਆ, ਤੇਰਾ ਨਾਮ ਜਪ ਕੇ ਸੁਖੀ ਹੋ ਜਾਂਦੇ ਆ, ਤੇ ਫਿਰ ਵਾਹਿਗੁਰੂ ਜੀ ਤੁਸੀਂ ਵੀ ਸੁਖੀ ਹੋ ਜਾਂਦੇ ਹੋ। ਭਾਵ ਭਗਤਾਂ ਦੇ ਹਿਰਦਿਆਂ 'ਚ ਵਸਣ ਵਾਲੇ ਹੋ, ਭਗਤਾਂ ਦੇ ਅੰਦਰ ਤੱਕ ਜਾਣਨ ਵਾਲੇ ਹੋ। ਆਪਣੇ ਭਗਤਾਂ ਦੀ ਅੰਤਰਜਾਮੀ ਰੂਪ ਹੋ ਕਰਕੇ ਆਪ ਜੀ, ਜੇ ਕੋਈ ਸੰਤ ਭਗਤ ਆਪ ਜੀ ਦਾ ਪਿਆਰਾ, ਆਪ ਜੀ ਦਾ ਗੁਰਸਿੱਖ ਕਿਤੇ ਦੁਖੀ ਹੋ ਜਾਵੇ ਤੇ ਆਪ ਜੀ ਫਿਰ ਜਦੋਂ ਨਾਮ ਜਪ ਕੇ ਸੁਖੀ ਹੋ ਜਾਵੇ, ਫਿਰ ਆਪ ਜੀ ਨੂੰ ਸੁੱਖ ਲੱਗਦਾ ਹੈ। ਤੇ ਜੇ ਕਿਤੇ ਉਹ ਦੁਖੀ ਹੋ ਜਾਵੇ ਤੇ ਉਹ ਤਾਂ ਆਪ ਜੀ ਨੂੰ ਵੀ ਆਪ ਜੀ ਵੀ ਦੁਖੀ ਹੁੰਦੇ ਹੋ ਕਿ ਮੇਰਾ ਪਿਆਰਾ ਜਿਹੜਾ ਹੈ ਕਿਹੜੇ ਪਾਸੇ ਨੂੰ ਚੱਲ ਪਿਆ, ਦੁੱਖਾਂ ਵੱਲ ਨੂੰ ਚੱਲ ਪਿਆ। ਸੋ ਆਪ ਜੀ ਉਹਨਾਂ ਦੀ ਜਿਹੜੀ ਹੈ ਘਟਾਂ ਘਟਾਂ ਦੇ ਜਾਣਨ ਵਾਲੇ ਹੋ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸਾਧਨ। ਇਹਨੂੰ ਸਾਧਨ ਦਾ ਅਰਥ ਇੱਥੇ ਸਾਧ ਕਰਨਾ ਹੈ। ਸਾਧਨ ਦਾ ਅਰਥ ਜਿਹੜਾ ਹੈ ਨਾ, ਗੁਰਬਾਣੀ ਦੇ ਵਿੱਚ ਸਾਧ ਧਨ ਵੀ ਆਇਆ ਜਿਸਦਾ ਇਸਤਰੀ ਹੁੰਦਾ ਹੈ, ਪਰ ਇੱਥੇ ਆਪਾਂ ਸਾਧਨ ਦਾ ਅਰਥ ਜਿਹੜਾ ਹੈ ਨਾ ਉਹ ਆਪਾਂ ਸਾਧ ਕਰਾਂਗੇ। ਸੰਤ ਸਾਧ ਜਿਹੜੇ ਆਪਾਂ ਕਹਿੰਦੇ ਹਾਂ, ਜਿਹਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਆਪਾਂ ਉਹ ਸਾਧ ਇੱਥੇ ਅਰਥ ਜਿਹੜੇ ਉਹ ਕਰਾਂਗੇ। ਏਕ ਏਕ ਹੀ ਪੀਰ ਪਛਾਨੇ। ਵਾਹਿਗੁਰੂ ਜੀ ਤੂੰ ਇੱਕ ਇੱਕ ਦੀ ਪੀੜ ਪਛਾਣਦਾ ਕਿ ਕਿਹੜਾ ਚੰਗਾ ਹੈ ਕਿਹੜਾ ਮਾੜਾ ਹੈ, ਕਿਹਨੂੰ ਦੁੱਖ ਹੈ ਕਿਹੜਾ ਸੁਖੀ ਹੈ। ਇਹ ਤੁਸੀਂ ਵਾਹਿਗੁਰੂ ਜੀ ਜਾਣਨਹਾਰ ਹੋ, ਘਟ ਘਟ ਦੇ ਅੰਤਰ ਦੀ ਜਾਣਨ ਵਾਲੇ ਹੋ ਤੁਸੀਂ। ਏਕ ਏਕ ਹੀ ਪੀਰ ਪਛਾਨੇ, ਕੱਲੇ ਕੱਲੇ ਮਨੁੱਖ ਦੀ, ਕੱਲੇ ਕੱਲੇ ਜੀਵ ਦੀ, ਸੰਸਾਰ ਤੇ ਜਿੰਨੇ ਵੀ ਜੀਵ ਹਨ ਸਾਰਿਆਂ ਦੀ ਪੀੜ ਨੂੰ ਆਪ ਜੀ ਪਛਾਣਨ ਵਾਲੇ ਹੋ। ਏਕ ਏਕ ਹੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੇ। ਵਾਹਿਗੁਰੂ ਜੀ ਘਟਾਂ ਘਟਾਂ ਦੇ ਵਿੱਚ ਆਪ ਜੀ
ਜੋ ਲੁਕੇ ਹੋਏ ਹੋ, ਅਭੇਦ ਹੋ ਉਹਨਾਂ ਦੇ ਵਿੱਚ, ਅਤੇ ਹਰ ਇੱਕ ਦੇ ਅੰਦਰ ਪੜਦਿਆਂ ਨੂੰ ਵੀ ਜਾਣਦੇ ਹੋ। ਘਟ ਘਟ ਕੇ ਪਟ ਪਟ ਕੀ ਜਾਣੇ। ਜਿਹੜੇ ਸਾਡੇ ਮਨ ਆ ਨਾ, ਸਾਡਾ ਇੱਕ ਇਹ ਸਾਡਾ ਘਟ ਹੈ, ਤੇ ਉਸ ਮਨ ਦੇ ਵਿੱਚ ਕਈ ਤਹਿਆਂ ਹੁੰਦੀਆਂ। ਕਿਤੇ ਮਨੁੱਖ ਕੁਛ ਸੋਚਦਾ, ਕਿਤੇ ਕੁਛ ਸੋਚਦਾ, ਹਨਾ, ਮਨ ਦੇ ਅੰਦਰ। ਤੇ ਸਤਿਗੁਰੂ ਕਹਿੰਦੇ ਉਹ ਜਿਹੜਾ ਘਾਟ ਆ ਨਾ ਸਾਡਾ ਹਿਰਦਾ, ਉਸ ਹਿਰਦੇ ਦੇ ਅੰਦਰ ਜਿਹੜੇ ਪੜਦੇ, ਪਟ ਦਾ ਅਰਥ ਪੜਦਾ, ਉਹ ਜਿਹੜਾ ਹਿਰਦੇ ਦੇ ਅੰਦਰ ਪੜਦੇ ਲੱਗੇ ਹੋਏ ਨਾ ਵੱਖ ਵੱਖ ਤਰ੍ਹਾਂ ਦੇ, ਕਿਤੇ ਕੁਛ ਸੋਚਦਾ ਮਨੁੱਖ, ਕਿਤੇ ਕੁਝ। ਕਹਿਣ ਤੋਂ ਭਾਵ ਉਹ ਦਿਲ ਦੇ ਅੰਦਰ ਦੀ ਗੱਲ ਨੂੰ ਵੀ ਜਾਣਦਾ ਹੈ। ਉਹ ਇਹ ਵੀ ਜਾਣਦਾ ਤੇ ਕਿ ਤੂੰ ਕੀ ਸੋਚਣ ਲੱਗਾ ਹੈ ਤੇ ਕੀ ਕਰਨ ਲੱਗਾ ਹੈ, ਉਹ ਤੇਰੇ ਕਰਨ ਤੋਂ ਪਹਿਲਾਂ ਹੀ ਜਾਣ ਜਾਂਦਾ ਹੈ। ਘਟ ਘਟ ਕੇ ਪਟ ਪਟ ਕੀ ਜਾਣੇ। ਵਾਹਿਗੁਰੂ ਜੀ ਆਪ ਜੀ ਸਾਰਿਆਂ ਘਟਾਂ ਦੇ ਵਿੱਚ ਵਸ ਰਹੇ ਹੋ, ਤੇ ਉਹਨਾਂ ਘਟਾਂ ਦੇ ਅੰਦਰ ਜਿਹੜੇ ਪਰਦੇ ਲੱਗੇ ਹੋਏ ਆ ਨਾ, ਜਿਹੜੇ ਗਾਂਹ ਦੀ ਗਾਂਹ, ਆਪ ਜੀ ਉੱਥੇ ਵੀ ਜਾਣਦੇ ਵੀ ਕੀ ਹੋਣ ਵਾਲਾ ਹੈ ਤੇ ਮਨੁੱਖ ਕੀ ਸੋਚ ਰਿਹਾ ਹੈ। ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਖ ਕਰਾ ਕਰਤਾਰਾ। ਸਤਿਗੁਰ ਕਹਿੰਦੇ ਆ, ਜਬ ਉਦਕਰਖ ਕਰਾ ਕਰਤਾਰਾ, ਹੇ ਕਰਤਾਰ ਜੀ, ਹੇ ਵਾਹਿਗੁਰੂ ਜੀ, ਜਦੋਂ ਤੁਸੀਂ ਸੋਚਿਆ ਕਿ ਵਿਸਥਾਰ ਹੋ ਜਾਵੇ, ਤੇ ਉਦੋਂ ਹੀ ਵਿਸਥਾਰ ਹੋ ਗਿਆ, ਉਦੋਂ ਹੀ ਸਾਰਾ ਕੁਝ ਬਣ ਗਿਆ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇਹ ਅਪਾਰਾ। ਤਦ ਸਾਰੀ ਸ੍ਰਿਸ਼ਟੀ ਜਿਹੜੀ ਹੋਂਦ ਵਿੱਚ ਆ ਗਈ। ਪ੍ਰਜਾ ਧਰਤ, ਧਰਤੀ ਜਿਹੜੀ ਹੋਂਦ ਵਿੱਚ ਆ ਗਈ, ਧਾਰਨ ਕਰ ਲਈ। ਪ੍ਰਜਾ ਧਰਤ ਤਬ ਦੇਹ ਅਪਾਰਾ, ਇਹ ਸਾਰਾ ਕੁਝ ਜਿਹੜੀ ਅਪਾਰ ਹੋਂਦ ਹੈ, ਦੂਰ ਦੂਰ ਤੱਕ ਸਾਰਾ ਕੁਝ ਫੈਲ ਗਿਆ। ਜਦੋਂ ਆਪ ਜੀ ਨੇ, ਵਾਹਿਗੁਰੂ ਜੀ, ਇੱਕ ਆਪਣੇ ਮਨ ਦੇ ਵਿੱਚ ਇੱਕ ਫੁਰਨਾ ਜਿਹੜਾ ਸੋਚਿਆ, ਜਬ ਉਦਕਰਖ, ਜਦੋਂ ਆਪ ਜੀ ਨੇ ਸੰਜੋਗ ਪਾਇਆ ਤੇ ਸਾਰੀ ਸ੍ਰਿਸ਼ਟੀ ਬਣ ਗਈ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆਕਰਖ ਕਰਤ ਹੋ ਕਬ ਹੋ, ਤੇ ਜਦੋਂ ਵੀ ਕਦੇ ਆਪ ਜੀ ਸ੍ਰਿਸ਼ਟੀ ਨੂੰ ਇਕੱਠਾ ਕਰਨ ਦੀ, ਸਮੇਟਣ ਦੀ ਸੋਚੋ, ਜਦੋਂ ਵੀ ਤੁਸੀਂ ਵਿਯੋਗ ਬਾਰੇ ਸੋਚੋ, ਜਬ ਆਕਰਖ ਕਰਤ ਹੋ ਕਬ ਹੋ, ਕਿਤੇ ਤੁਸੀਂ ਸੋਚੋ ਕਿ ਸ੍ਰਿਸ਼ਟੀ ਜਿਹੜੀ ਹੈ ਖਤਮ ਹੋ ਜਾਵੇ, ਤੁਮ ਮੈਂ ਮਿਲਤ ਦੇਹ ਧਰ ਸਭ, ਸਾਰਾ ਕੁਝ ਫਿਰ ਤੇਰੇ ਵਿੱਚ ਹੀ ਮਿਲ ਜਾਵੇ। ਤੁਹਾਡੇ ਵਿੱਚੋਂ ਸਾਰੇ ਆਕਾਰ ਬਣੇ ਆ, ਤੇ ਫਿਰ ਤੇਰੇ ਵਿੱਚ ਹੀ ਸਾਰੇ ਮਿਲ ਜਾਣਗੇ। ਮਿਲ ਵੀ ਰਹੇ ਆ। ਸੰਸਾਰ ਦੇ ਜੀਵ ਪੈਦਾ ਹੋ ਰਹੇ ਇੱਕ ਪਾਸੇ, ਤੇ ਦੂਸਰੇ ਪਾਸੇ ਮਰ ਰਹੇ, ਖਤਮ ਹੋ ਰਹੇ, ਸਾਰੇ ਉਹਦੇ ਵਿੱਚ ਹੀ ਭੇਦ ਹੋ ਰਹੇ ਆ, ਉਹਦੇ ਵਿੱਚੋਂ ਪ੍ਰਗਟ ਹੋ ਕੇ ਉਹਦੇ ਵਿੱਚ ਹੀ ਜਾ ਕੇ ਸਮਾਈ ਜਾ ਰਹੇ। ਇਸ ਤਰ੍ਹਾਂ ਹੀ ਸ੍ਰਿਸ਼ਟੀ ਦੀ ਕਾਰ ਸਤਿਗੁਰ ਕਹਿੰਦੇ ਆ ਕਿ ਉਦਕਰਖ ਤੇ ਆਕਰਖ ਕਰਕੇ ਚੱਲ ਰਹੀ ਹੈ। ਇਹ ਅਕਾਲ ਪੁਰਖ ਜੀ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਸਾਰੀਆਂ ਦੇਹਾਂ, ਸਾਰੇ ਸਰੀਰ ਤੇਰੇ ਵਿੱਚ ਹੀ ਬਾਅਦ ਵਿੱਚ ਸਮਾ ਜਾਣਗੇ। ਜਿਵੇਂ ਪੈਦਾ ਹੋਇਆ ਉਸੇ ਤਰ੍ਹਾਂ ਹੀ ਜਾਈ ਜਾ ਰਹੇ, ਖਤਮ ਹੋ ਰਹੇ। ਜੇਤੇ ਬਦਨ ਸ੍ਰਿਸ਼ਟ ਸਭ ਧਾਰੇ। ਵਾਹਿਗੁਰੂ ਜੀ, ਜਿੰਨੇ ਵੀ ਆਪ ਜੀ ਨੇ ਸ੍ਰਿਸ਼ਟੀ ਦੇ ਉੱਤੇ ਬਦਨ ਜਿਹੜੇ ਆ, ਜਿੰਨੇ ਵੀ ਬਣਾਏ ਹੋਏ ਆ, ਜਿੰਨੇ ਵੀ ਮੂੰਹ, ਜਿੰਨੇ ਵੀ ਚਿਹਰੇ, ਜਿੰਨਾ ਕੁਛ ਆਕਾਰ ਦਾ ਜੋ ਆਪ ਜੀ ਨੇ ਬਣਾਇਆ ਹੋਇਆ ਹੈ ਸ੍ਰਿਸ਼ਟੀ ਦੇ ਉੱਤੇ। ਹੁਣ ਪਹਿਲਾਂ ਦੱਸਿਆ ਸੀ ਸਤਿਗੁਰਾਂ ਨੇ ਕਿ ਉਹ ਜਿਹੜਾ ਅਕਾਲ ਪੁਰਖ ਹੈ ਉਹ ਕਾਲ ਦੇ ਵਿੱਚ ਨਹੀਂ ਆਉਂਦਾ, ਫਿਰ ਘਟਾਂ ਘਟਾਂ ਦੀ ਜਾਣਨ ਵਾਲਾ ਹੈ। ਹੁਣ ਸਤਿਗੁਰੂ ਕਹਿੰਦੇ ਕਿ ਸਾਰੀ ਸ੍ਰਿਸ਼ਟੀ ਉਹਦੀ ਬਣਾਈ ਹੋਈ ਹੈ, ਉਹ ਕਰਤਾਰ ਹੈ, ਉਹ ਕਰਤਾ ਪੁਰਖ ਹੈ। ਹੁਣ ਕਰਤਾ ਪੁਰਖ ਦੀ ਵਿਆਖਿਆ ਸਤਿਗੁਰੂ ਕਰ ਰਿਹਾ ਕਿ ਉਹ ਸਾਰਿਆਂ ਨੂੰ ਬਣਾਉਣ ਵਾਲਾ ਤੇ ਖਤਮ ਕਰਨ ਵਾਲਾ ਹੈ। ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਜਿੰਨੇ ਵੀ ਸ੍ਰਿਸ਼ਟੀ ਦੇ ਉੱਤੇ ਬਦਨ ਧਾਰ ਹੈ, ਜਿੰਨੇ ਵੀ ਬਦਨ ਦਿਖ ਰਹੇ ਆ, ਮੂੰਹ ਦਿਖ ਰਹੇ ਆ, ਚਿਹਰੇ ਦਿਖ ਰਿਹਾ। ਬਦਨ ਦਾ ਅਰਥ ਮੂੰਹ ਹੁੰਦਾ ਵੈਸੇ, ਪਰ ਆਪਾਂ ਇੱਥੇ ਆਕਾਰ ਕਰਾਂਗੇ। ਜਿੰਨੇ ਵੀ ਅਸੀਂ ਆਪਣੇ ਚਿਹਰੇ ਦੇਖ ਰਹੇ ਹਾਂ, ਜਿੰਨਾ ਕੁਛ ਵੀ ਸੰਸਾਰ ਤੇ ਬਣਿਆ ਦੇਖ ਰਹੇ ਹਾਂ। ਜੇਤੇ ਬਦਨ ਸ੍ਰਿਸ਼ਟ ਸਭ ਧਾਰ ਹੈ, ਆਪ ਆਪਣੀ ਬੂਝ ਉਚਾਰੈ। ਉਹਨਾਂ ਸਭ ਨੇ ਆਪਣੀ ਆਪਣੀ ਸੂਝ ਅਨੁਸਾਰ ਤੇਰੇ ਗੁਣਾਂ ਦਾ ਗਾਇਨ। ਤਾਂ ਜਿੰਨੇ ਵੀ ਸੰਸਾਰ ਤੇ ਆਪ ਜੀ ਨੇ ਬਣਾਏ ਆ ਨਾ, ਲੋਕ ਜਿੰਨੇ ਵੀ ਆਕਾਰ ਪੈਦਾ ਕੀਤੇ ਆ, ਉਹਨਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਹੈ ਗੁਣਗਾਨ ਕੀਤਾ ਹੈ। ਆਪ ਆਪਣੀ ਬੂਝ ਉਚਾਰੇ, ਜਿੰਨੀ ਜਿੰਨੀ ਆਪ ਜੀ ਨੇ ਉਹਨਾਂ ਨੂੰ ਸੂਝੀ ਦਿੱਤੀ, ਉਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਆਪ ਜੀ ਦਾ ਉਚਾਰਨ ਕੀਤਾ, ਆਪ ਜੀ ਨੂੰ ਗਾਇਨ ਕੀਤਾ ਹੈ। ਤੁਮ ਸਭ ਹੀਤੇ ਰਹਿਤ ਨਿਰਾਲਮ, ਪਰ ਤੂੰ ਸਾਰਿਆਂ ਤੋਂ ਜਿਹੜਾ ਹੈ ਨਾ ਨਿਰਾਲਮ ਹੈ। ਤੂੰ ਜਿਹੜਾ ਕਿਸੇ ਤਰ੍ਹਾਂ ਬੇਲਾਗ ਹੈ, ਤੂੰ ਕਿਸੇ ਦੇ ਵਿੱਚ ਨਿਰਲੇਪ ਹੈ ਤੂੰ ਸ੍ਰਿਸ਼ਟੀ ਤੋਂ। ਇਹ ਨਹੀਂ ਕਿ ਤੈਨੂੰ ਕੋਈ ਲੇਪ ਮਾਇਆ ਦਾ ਚੜ ਗਿਆ। ਸਭ ਤੁਮ ਹੀ ਤੇ ਰਹਿਤ ਨਿਰਾਲਮ, ਤੂੰ ਸਾਰਿਆਂ ਤੋਂ ਅਲੱਗ ਹੈ, ਤੂੰ ਸਾਰਿਆਂ ਤੋਂ ਨਿਰਾਲਮ ਹੈ, ਤੂੰ ਸਾਰਿਆਂ ਤੋਂ ਵੱਖਰਾ ਹੈ ਤੂੰ ਸ੍ਰਿਸ਼ਟੀ ਵਿੱਚ ਹੀ, ਪਰ ਹੈ ਤੂੰ ਨਿਰਾਲਮ। ਜਾਣਤ ਭੇਦ ਭੇਦ ਅਰਿਆਲਮ,
इस भेद ਨੂੰ ਸਾਰੇ ਵੇਦ ਅਤੇ ਸੰਸਾਰ ਦੇ ਵਿਦਵਾਨ ਜਾਣਦੇ ਹਨ। ਇਹ ਗੱਲ ਧਾਰਮਿਕ ਗ੍ਰੰਥ ਵੀ ਸਤਿਗੁਰੂ ਕਹਿੰਦੇ ਜਾਣਦੇ ਹਨ ਕਿ ਉਹ ਅਕਾਲ ਪੁਰਖ ਜਿਹੜਾ ਹੈ ਉਹ ਨਿਰਾਲਮ ਹੈ। ਉਹ ਕਿਸੇ ਤਰ੍ਹਾਂ ਕਿਸੇ ਲੇਪ ਦੇ ਵਿੱਚ ਨਹੀਂ ਆਉਂਦਾ। ਉਹ ਕਿਸੇ ਤਰ੍ਹਾਂ ਜਿਹੜਾ ਹੈ ਕਿਸੇ ਵੀ ਤਰ੍ਹਾਂ ਦਾ ਉਹਨੂੰ ਮਾਇਆ ਜਿਹੜੀ ਹੋ ਨਹੀਂ ਸਕਦੀ। ਇਹ ਸਾਰੇ ਧਾਰਮਿਕ ਗ੍ਰੰਥ ਵੇਦਾਂ ਵਰਗੇ ਗ੍ਰੰਥ ਇਹ ਜਿੰਨੇ ਵੀ ਵਿਦਵਾਨ ਹਨ ਉਹ ਇਸ ਗੱਲ ਨੂੰ ਜਾਣਦੇ ਹਨ। ਜਾਣਤ ਵੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਭ। ਵਾਹਿਗੁਰੂ ਜੀ ਆਪ ਜੀ ਨਿਰਾਕਾਰ ਰੂਪ ਹੋ, ਨਿਰਵਿਕਾਰ ਹੋ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਹੈ। ਨਿਰੰਕਾਰ ਰੂਪ ਹੋ, ਨਿਰਾਕਾਰ ਹੋ, ਨਿਰਾਧਾਰ ਹੋ, ਨਿਰਲੰਭ ਹੋ। ਆਪ ਜੀ ਨੂੰ ਕੋਈ ਤਰ੍ਹਾਂ ਦੀ ਕੋਈ ਮਾਇਆ ਨਹੀਂ ਹੋ ਸਕਦੀ। ਆਪ ਜੀ ਨਿਰਾਧਾਰ ਹੋ। ਆਪ ਜੀ ਨੇ ਕਿਸੇ ਤਰ੍ਹਾਂ ਦਾ ਕੋਈ ਖਾਸ ਰੂਪ ਨਹੀਂ ਧਾਰਨ ਕੀਤਾ ਹੋਇਆ। ਆਪ ਜੀ ਨਿਰੰਕਾਰ ਹੋ, ਨਿਰਵਿਕਾਰ ਹੋ। ਆਪ ਜੀ ਨੇ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ ਹੈ। ਨਿਰਲੰਭ ਹੋ। ਆਪ ਜੀ ਨੇ ਕਿਸੇ ਤਰ੍ਹਾਂ ਦਾ ਕੋਈ ਵਿਸ਼ੇਸ਼ ਰੂਪ ਧਾਰਨ ਨਹੀਂ ਕੀਤਾ ਹੋਇਆ। ਆਦ ਅਨੀਲ ਅਨਾਦ ਅਸੰਭ। ਆਦ ਅਨੀਲ ਅਨਾਦ ਸਰੂਪ ਜਿਹੜਾ ਹੈ ਆਪ ਜੀ ਦਾ ਉਹ ਕਿਸ ਤਰ੍ਹਾਂ ਦਾ ਹੈ? ਅਸੰਭ ਦਾ ਅਰਥ ਜਨਮ ਤੋਂ ਰਹਿਤ ਹੋ ਆਪ ਜੀ। ਅਨਾਦ ਹੋ, ਆਪ ਜੀ ਦਾ ਕੋਈ ਆਦ ਉਰਲਾ, ਆਪ ਜੀ ਆਦ ਤੋਂ ਹੋ, ਸ਼ੁਰੂ ਤੋਂ ਆਪ ਜੀ ਦਾ ਸਰੂਪ ਕਿਵੇਂ ਦਾ ਹੈ? ਸ਼ੁਰੂ ਤੋਂ ਹੀ ਆਪ ਜੀ ਆਦ ਤੋਂ ਹੀ ਸੱਚੇ ਹੋ। ਅਨੀਲ ਹੋ, ਉਜਲੇ ਹੋ, ਆਪ ਜੀ ਸਵੱਛ ਹੋ ਸ਼ੁਰੂ ਤੋਂ ਹੀ। ਅਨਾਦ ਹੋ, ਆਪ ਜੀ ਦਾ ਕੋਈ ਜਿਹੜਾ ਹੈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਸੰਭ ਦਾ ਅਰਥ ਆਪ ਜੀ ਜਨਮ ਤੋਂ ਰਹਿਤ। ਭਾਵ ਆਪ ਜੀ ਜਨਮ ਦੇ ਵਿੱਚ ਨਹੀਂ ਆਉਂਦੇ। ਇਸ ਤਰ੍ਹਾਂ ਦਾ ਆਪ ਜੀ ਦਾ ਸਰੂਪ ਹੈ। ਆਦ ਅਨੀਲ ਅਨਾਦ ਅਸੰਭ। ਕਾਕਾ ਮੂੜ ਉਚਾਰਤ ਭੇਦਾ। ਮੂਰਖ ਲੋਕ ਉਸਦੇ ਭੇਦਾਂ ਦਾ ਵਰਣਨ ਕਰਦੇ ਹਨ। ਮੂਰਖ ਲੋਕ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਦਾ ਸਰੂਪ ਇਸ ਤਰ੍ਹਾਂ ਦਾ ਹੈ, ਉਹਦਾ ਇਸ ਤਰ੍ਹਾਂ ਦਾ ਸਰੂਪ ਹੈ, ਉਹ ਮੂਰਤੀ ਵਰਗਾ ਹੈ। ਪਰ ਸਤਿਗੁਰੂ ਕਹਿੰਦੇ ਉਹ ਨਿਰਾਲਮ ਨਿਰੰਕਾਰ ਹੈ। ਉਹਦਾ ਕਿਸੇ ਤਰ੍ਹਾਂ ਦਾ ਕੋਈ ਵਿਸ਼ੇਸ਼ ਰੂਪ ਨਹੀਂ ਹੈ। ਉਹ ਕਿਸੇ ਤਰ੍ਹਾਂ ਦੀ ਨਾ ਕੋਈ ਦੇਹ ਹੈ ਤੇ ਨਾ ਹੀ ਕੋਈ ਮੂਰਤੀ ਹੈ। ਉਹ ਇਸ ਤਰ੍ਹਾਂ ਦਾ ਨਹੀਂ ਹੈ। ਇਹ ਮੂਰਖ ਲੋਕ ਹਨ ਜਿਹੜੇ ਉਹਨੂੰ ਇਸ ਤਰ੍ਹਾਂ ਦਾ ਨਿਰਧਾਰਤ ਕਰਕੇ ਤੇ ਉਹਦੀ ਪੂਜਾ ਕਰਦੇ ਆ। ਕਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਭੇਦਾ। ਜਿਸ ਦਾ ਭੇਦ ਕਹਿੰਦੇ ਵੇਦ ਵੀ ਨਹੀਂ ਪਾ ਸਕੇ, ਉਹਦਾ ਭੇਦ ਪਾਉਣ ਦੀ ਜਿਹੜੀ ਹੈ ਗੱਲ ਇਹ ਮੂਰਖ ਲੋਕ ਕਰਦੇ ਆ। ਐਸਾ ਉਹ ਅਕਾਲ ਪੁਰਖ ਹੈ ਜਿਹਦਾ ਕੋਈ ਭੇਦ ਨਹੀਂ ਪਾ ਸਕਿਆ। ਤਾਂ ਕੋ ਕਨੌੜਾ ਲੱਗਾ ਹੋਇਆ, ਤਾਂ ਕੋ ਕਰ ਪਾਹਨ ਅਨੁਮਾਨ। ਉਸ ਦਾ ਅਨੁਮਾਨ ਪੱਥਰਾਂ ਦੇ ਵਿੱਚ ਕਰਦੇ ਆ ਲੋਕ ਕਿ ਉਹ ਪੱਥਰ ਦੇ ਵਿੱਚ ਹੈ। ਪੱਥਰ ਦੀ ਮੂਰਤੀ ਬਣਾ ਕੇ ਉਹਦਾ ਅਨੁਮਾਨ ਲਾਉਂਦੇ ਆ ਕਿ ਉਹ ਇਸ ਤਰ੍ਹਾਂ ਦਾ ਹੋਵੇਗਾ। ਉਸ ਦਾ ਅਨੁਮਾਨ ਪੱਥਰਾਂ ਦੇ ਵਿੱਚ ਲੋਕੀ ਕਰਦੇ ਆ। ਤਾਂ ਕਉ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਸਤਿਗੁਰੂ ਕਹਿੰਦੇ ਉਹ ਮੂਰਖ ਹਨ ਲੋਕ ਜੋ ਅਕਾਲ ਪੁਰਖ ਨੂੰ, ਉਸ ਨਿਰੰਕਾਰ ਨੂੰ ਇੱਕ ਪੱਥਰ ਦੇ ਵਿੱਚ ਜਿਹੜਾ ਹੈ ਜਾਣਦੇ ਆ। ਮਹਾਮੂੜ ਕਛ ਭੇਦ ਨਾ ਜਾਣਤ। ਉਹ ਮਹਾਮੂਰਖ ਹਨ, ਉਹ ਭੇਦ ਨਹੀਂ ਜਾਣਦੇ ਉਸ ਅਕਾਲ ਪੁਰਖ ਦਾ। ਮਹਾਦੇਵ ਕਉ ਕਹਿਤ ਸਦਾ ਸ਼ਿਵ। ਉਹ ਮਹਾਦੇਵ ਨੂੰ ਸਦਾ ਸ਼ਿਵ, ਸਦਾ ਕਲਿਆਣਕਾਰੀ ਈਸ਼ਵਰ ਕਹਿੰਦੇ ਹਨ। ਕੁਝ ਲੋਕ ਉਸ ਅਕਾਲ ਪੁਰਖ ਮਹਾਦੇਵ ਜਿਹੜਾ ਹੈ ਨਾ ਵਾਹਿਗੁਰੂ ਜੋ ਸ਼ਿਵ ਜੀ ਹੈ ਉਹਨੂੰ ਮਹਾਦੇਵ ਸਤਿਗੁਰਾਂ ਨੇ ਕਿਹਾ। ਤੇ ਇੱਥੇ ਜਿਹੜਾ ਸ਼ਿਵ ਸ਼ਬਦ ਆਇਆ ਨਾ ਇਹ ਅਕਾਲ ਪੁਰਖ ਵਾਸਤੇ ਆਇਆ। ਦੋ ਸ਼ਬਦ ਆਏ ਇੱਕੋ ਪੰਕਤੀ ਦਾ, ਆਪ ਜੀ ਧਿਆਨ ਨਾਲ ਦੇਖੋ। ਮਹਾਦੇਵ ਦਾ ਇੱਥੇ ਅਰਥ ਹੈ ਸ਼ਿਵ ਜੀ ਜੋ ਸਾਰਿਆਂ ਨੂੰ ਕਹਿੰਦੇ ਕਿ ਮਾਰਦਾ ਹੈ, ਜੋ ਕਾਲ ਰੂਪ ਹੈ। ਲੋਕ ਇਹ ਵਰਣਨ ਕਰਦੇ ਆ ਨਾ। ਤੇ ਸ਼ਿਵ ਜੀ ਜਿਹੜਾ ਹੈ ਉਹਦਾ ਇੱਥੇ ਅਰਥ ਮਹਾਦੇਵ ਉਸ ਦਾ ਅਰਥ ਹੈ ਤੇ ਸ਼ਿਵ ਦਾ ਇੱਥੇ ਅਰਥ ਅਕਾਲ ਪੁਰਖ ਹੈ। ਕਿ ਮਹਾਦੇਵ ਕੋ ਕਹਿਤ ਸਦਾ ਸ਼ਿਵ। ਜਿਹੜੇ ਸੰਸਾਰੀ ਲੋਕ ਹਨ ਉਹ ਉਸ ਸ਼ਿਵ ਜੀ ਨੂੰ ਹੀ ਅਕਾਲ ਪੁਰਖ ਈਸ਼ਵਰ ਕਹੀ ਜਾਂਦੇ ਆ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨੈ ਪਿਵ। ਪਰ ਨਿਰੰਕਾਰ ਦਾ ਭੇਦ ਨਹੀਂ ਸਮਝਦੇ। ਉਹ ਸ਼ਿਵ ਜੀ ਵਰਗੇ ਨੂੰ ਹੀ ਅਕਾਲ ਪੁਰਖ ਸਮਝੀ ਜਾਂਦੇ ਆ। ਸ਼ਿਵ ਜੀ ਵਰਗੇ ਨੂੰ ਹੀ ਈਸ਼ਵਰ ਸਮਝੀ ਜਾਂਦੇ ਆ। ਪਰ ਈਸ਼ਵਰ ਦਾ ਨਿਰੰਕਾਰ ਦਾ ਜਿਹੜਾ ਹੈ ਭੇਦ ਬਿਲਕੁਲ ਨਹੀਂ ਸਮਝ ਸਕਦੇ ਕਿ ਉਹ ਅਕਾਲ ਪੁਰਖ, ਉਹ ਵਾਹਿਗੁਰੂ ਹੈ ਕਿਸ ਤਰ੍ਹਾਂ ਦਾ। ਇਸ ਤਰ੍ਹਾਂ ਭਰਮ ਦੇ ਵਿੱਚ ਲੋਕ ਪਏ ਹੋਏ ਹਨ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ,
बरनत भिन्न भिन्न तुहे दिती। वाहिगुरु जी जिन्नी जिन्नी आप जी ने समर्था दी है संसार के लोगों को, जिन्नी जिन्नी बुद्धि आप जी ने बख्शिश की है, उन्ना उन्ना ही हर कोई आप जी को वर्णन करने की कोशिश करता है। आप अपनी बुद्ध है जीती, आपो अपनी जिन्नी जिन्नी बुद्ध आप जी ने इन्होंने दी है। बरनत भिन्न भिन्न तुहे देती, उन्ना उन्ना ही ਜਿਹੜੇ ਸੰਸਾਰ ਦੇ ਲੋਕ ਆ, ਸੰਸਾਰ ਦੇ ਜੀਵ ਆ, ਉਹ ਆਪ ਜੀ ਨੂੰ ਵਰਣਨ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤੁਹਾਡਾ ਭਿੰਨ ਭਿੰਨ ਵਰਣਨ ਕਰਦੇ ਆ, ਵੱਖ-ਵੱਖ ਤਰੀਕਿਆਂ ਦੇ ਨਾਲ। ਕੋਈ ਕਿਸੇ ਤਰੀਕੇ ਦੇ ਨਾਲ ਅਕਾਲ ਪੁਰਖ ਨੂੰ ਜਿਹੜਾ ਜਾਣਨ ਦੀ ਕੋਸ਼ਿਸ਼ ਕਰਦਾ, ਕੋਈ ਸਮਾਧੀਆਂ ਲਾ ਕੇ ਜਾਣਨ ਦੀ ਕੋਸ਼ਿਸ਼ ਕਰਦਾ, ਕੋਈ ਤਪ ਕਰਕੇ ਜਾਣਨ ਦੀ ਕੋਸ਼ਿਸ਼ ਕਰਦਾ। ਅਸੀਂ ਪ੍ਰੇਮਾ ਭਗਤੀ ਦੇ ਨਾਲ ਉਹਨੂੰ ਪਾਉਣ ਦੀ ਗੱਲ ਕਰਦੇ ਹਾਂ। ਤਾਂ ਸਤਿਗੁਰੂ ਬਖਸ਼ਿਸ਼ ਕਰਦੇ, ਜਿੰਨੀ ਜਿੰਨੀ ਆਪ ਜੀ ਨੇ ਬੁੱਧੀ ਦਿੱਤੀ ਆ, ਉਸ ਤਰ੍ਹਾਂ ਹੀ ਲੋਕ ਉਸ ਅਕਾਲ ਪੁਰਖ ਨੂੰ ਜਿਹੜਾ ਜਾਣਨ ਦੀ ਕੋਸ਼ਿਸ਼ ਕਰਦੇ ਆ। ਤੁਮਰਾ ਲਖਾ ਨਾ ਜਾਏ ਪਸਾਰਾ। ਇਹ ਵਾਹਿਗੁਰੂ ਜੀ ਆਪ ਜੀ ਦਾ ਕਿੰਨਾ ਪਸਾਰਾ ਖਿਲਰਿਆ ਹੋਇਆ, ਉਹ ਲਖਿਆ ਨਹੀਂ ਜਾ ਸਕਦਾ, ਉਹਦੇ ਬਾਰੇ ਕਿਹਾ ਨਹੀਂ ਜਾ ਸਕਦਾ। ਤੁਮਰਾ ਲਖਾ ਨਾ ਜਾਏ ਪਸਾਰਾ, ਇਹ ਬਿਦ ਸਜਾ ਪ੍ਰਥਮ ਸੰਸਾਰਾ। ਕਿ ਕਿਸ ਤਰ੍ਹਾਂ ਇਹ ਸੰਸਾਰ ਬਣਿਆ, ਕਿਵੇਂ ਉਸ ਅਕਾਲ ਪੁਰਖ ਨੇ ਇਸ ਸੰਸਾਰ ਨੂੰ ਬਣਾਇਆ, ਇਹ ਕੋਈ ਵੀ ਨਹੀਂ ਸਤਿਗੁਰੂ ਕਹਿੰਦੇ ਦੱਸ ਸਕਦਾ ਕਿ ਉਹਨੇ ਇਸ ਸੰਸਾਰ ਦੀ ਰਚਨਾ ਕਿਵੇਂ ਕੀਤੀ, ਕਿਵੇਂ ਉਹਨੇ ਇਸ ਸੰਸਾਰ ਨੂੰ ਬਣਾਇਆ। ਉਸ ਅਕਾਲ ਪੁਰਖ ਨੇ, ਇਹ ਕੋਈ ਵੀ ਨਹੀਂ ਜਿਹੜਾ ਹੈ ਦੱਸ ਸਕਦਾ ਕਿ ਕਿਵੇਂ ਸਾਰਾ ਸੰਸਾਰ ਸਾਜਿਆ ਗਿਆ। ਇਹ ਬਿਦ ਸਜਾ, ਸਜਾ ਦਾ ਅਰਥ ਸਜਿਆ, ਪ੍ਰਥਮ ਸੰਸਾਰਾ, ਸਭ ਤੋਂ ਪਹਿਲਾਂ ਸੰਸਾਰ ਕਿਵੇਂ ਬਣਿਆ, ਇਹ ਕੋਈ ਵੀ ਨਹੀਂ ਦੱਸ ਸਕਦਾ। ਇੱਕ ਹੈ ਰੂਪ ਅਨੂਪ ਸਰੂਪਾ। ਵਾਹਿਗੁਰੂ ਹੈ ਤੇਰਾ ਇੱਕ ਹੀ ਰੂਪ, ਪਰ ਸਰੂਪ ਤੇਰੇ ਅਨੇਕਾਂ ਹਨ। ਹੁਣ ਦੋ ਆਪੋਜਿਟ ਗੱਲਾਂ ਆ ਗਈਆਂ। ਉਸ ਅਕਾਲ ਪੁਰਖ ਦਾ ਰੂਪ ਇੱਕ ਹੈ, ਪਰ ਉਹ ਅਨੂਪ ਸਰੂਪ ਹੋ ਕੇ ਫੈਲਿਆ ਆ। ਜਿਵੇਂ ਸਤਿਗੁਰਾਂ ਨੇ ਬਾਣੀ ਚ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਸਹਿਜ ਤਵ ਨੈਣ ਨਨ ਨੈਣ ਹੈ ਤੋਹਿ ਕੋ, ਸਹਿਜ ਸਮੂਰਤ ਨਨਾਇਕ ਤੋਹੀ, ਸਹਿਜ ਪਦ ਵਿਮਲ ਨਾਨੇਕ ਪਦ ਗੰਧ ਬਿਨ, ਸਹਿਜ ਤਵ ਗੰਧ ਇਹ ਵਿਚਲਤ ਮੋਹੀ। ਕਿ ਵਾਹਿਗੁਰੂ ਤੇਰੀਆਂ ਲੱਖਾਂ ਹੀ ਹਜ਼ਾਰਾਂ ਹੀ ਅੱਖਾਂ ਹਨ, ਪਰ ਤੇਰੀ ਕੋਈ ਵੀ ਅੱਖ ਨਹੀਂ ਹੈ। ਉਹੀ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਕਹਿ ਰਹੇ ਕਿ ਵਾਹਿਗੁਰੂ ਤੇਰਾ ਇੱਕੋ ਹੀ ਰੂਪ ਹੈ, ਨਿਰੰਕਾਰ, ਪਰ ਤੂੰ ਸਰਗੁਣ ਸਰੂਪ ਹੋ ਕੇ ਸਾਰੇ ਸ੍ਰਿਸ਼ਟੀ 'ਚ ਫੈਲਿਆ ਹੋਇਆ। ਇਹ ਜਿੰਨਾ ਵੀ ਸੰਸਾਰ ਸਾਨੂੰ ਦਿਖ ਰਿਹਾ ਨਾ, ਇਹ ਉਸ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ। ਪਰ ਹੈ ਉਹ ਅਕਾਲ ਪੁਰਖ ਜਿਹੜਾ ਹੈ ਉਹ ਇੱਕ ਹੈ ਰੂਪ, ਭਾਵ ਨਿਰੰਕਾਰ ਰੂਪ ਹੈ। ਇੱਕ ਹੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ। ਕਿਤੇ ਆਪ ਜੀ ਰੰਕ ਹੋ ਕੇ ਬੈਠੇ ਹੋ ਤੇ ਕਿਤੇ ਆਪ ਜੀ ਰਾਜਾ ਬਣ ਕੇ ਬੈਠੇ ਹੋ। ਐਸਾ ਆਪ ਜੀ ਦਾ ਜਿਹੜਾ ਸਰਗੁਣ ਸਰੂਪ ਹੈ। ਕਿਤੇ ਤੁਸੀਂ ਰੰਕ ਹੋ ਤੇ ਕਿਤੇ ਰਾਜਾ। ਰੰਕ ਦਾ ਅਰਥ ਗਰੀਬ ਤੇ ਰਾਜਾ, ਰਾਵ ਦਾ ਅਰਥ ਜਿਹੜਾ ਹੈ ਉਹ ਰਾਓ ਜਾਂ ਰਾਜਾ ਕਰੀਏ। ਭੂਪ ਦਾ ਅਰਥ ਵੀ ਰਾਜਾ ਹੀ ਹੁੰਦਾ ਹੈ। ਕਿਤੇ ਤੁਸੀਂ ਰਾਜੇ, ਕਿਤੇ ਬਾਦਸ਼ਾਹ ਬਣ ਕੇ ਬੈਠੇ ਹੋ ਤੇ ਕਿਤੇ ਤੁਸੀਂ ਗਰੀਬ ਬਣ ਕੇ ਬੈਠੇ, ਪਰ ਰੂਪ ਤੇਰੇ ਹੀ ਹਨ ਸਾਰੇ। ਸਾਰਿਆਂ ਦੇ ਵਿੱਚ ਤੂੰ ਹੀ ਵਿਚਰ ਰਿਹਾ। ਅੰਡਜ ਜੇਰਜ ਸੇਤ ਯਕੀਨੀ। ਜਿੰਨੇ ਵੀ ਆਂਡੇ ਤੋਂ ਪੈਦਾ ਹੋਣ ਵਾਲੇ, ਅੰਡੇ ਚਾਰ ਖਾਣੀਆਂ ਦੀ ਆਪਾਂ ਗੱਲ ਕੀਤੀ ਸੀ। ਆਂਡਿਆਂ ਤੋਂ ਪੈਦਾ ਹੋਣ ਵਾਲੇ, ਜੇਰ ਜੇਰ ਤੋਂ ਪੈਦਾ ਹੋਣ ਵਾਲੇ, ਤੇ ਸੇਤਜ ਜਿਹੜੇ ਪਸੀਨੇ ਤੋਂ ਪੈਦਾ ਹੁੰਦੇ ਆ। ਅੰਡਜ ਜੇਰਜ ਸੇਤ ਯਕੀਨੀ, ਇਹ ਜਿੰਨੇ ਵੀ ਹਨ ਇਹ ਸਾਰੀ ਤੇਰੀ ਰਚਨਾ ਕੀਤੀ ਹੋਈ ਆ। ਜਿੰਨੇ ਆਂਡਿਆਂ ਤੋਂ ਪੈਦਾ ਹੋ ਰਹੇ ਆ ਉਹ ਵੀ ਤੇਰਾ ਰੂਪ ਹਨ, ਉਹਨਾਂ ਦੇ ਵਿੱਚ ਵੀ ਤੂੰ ਵਸ ਰਿਹਾ। ਤੇ ਜਿਹੜੇ ਜੇਰ ਤੋਂ ਪੈਦਾ ਹੁੰਦੇ ਆ, ਪਸ਼ੂ ਹੋ ਗਏ, ਇਨਸਾਨ ਹੋ ਗਏ, ਉਹ ਵੀ ਤੇਰਾ ਹੀ ਰੂਪ ਹਨ। ਤੇ ਸੇਤਜ ਜਿਹੜੇ ਪਸੀਨੇ ਤੋਂ ਪੈਦਾ ਹੁੰਦੇ ਆ, ਉਹ ਵੀ ਤੇਰਾ ਹੀ ਰੂਪ ਹਨ, ਭਾਵ ਤੂੰ ਹੀ ਉਹਨਾਂ ਦੇ ਵਿੱਚ ਵਸ ਰਿਹਾ। ਅੰਡਜ ਜੇਰਜ ਸੇਤ ਯਕੀਨੀ, ਜਿੰਨੀ ਵੀ ਰਚਨਾ ਤੂੰ ਕੀਤੀ ਹੈ, ਉਤਪੁਜ ਖਾਨ ਬਹੁਰ ਰਚ ਦੇਨੀ। ਤੇ ਉਤਪੁਜ ਜਿਹੜਾ ਹੁੰਦਾ ਧਰਤੀ, ਧਰਤੀ ਤੋਂ ਪੈਦਾ ਹੋਣ ਵਾਲੇ। ਤੇ ਜਿੰਨੀ ਵੀ ਰਚਨਾ, ਜਿੰਨੀ ਵੀ ਬਨਸਪਤੀ ਆ, ਸਾਰੀ ਤੇਰੀ ਹੀ ਰਚਨਾ ਕੀਤੀ ਹੋਈ ਆ। ਬਹੁਰ ਰਚ ਦੇਨੀ, ਇਹ ਤੂੰ ਹੀ ਸਾਰਾ ਕੁਝ ਬਣਾਇਆ ਹੈ ਵਾਹਿਗੁਰੂ, ਤੇਰੀ ਹੀ ਰਚਨਾ ਹੈ। ਅੰਡਜ ਜੇਰਜ ਸੇਤ ਯਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ, ਇਹ ਸਾਰੀ ਰਚਨਾ ਤੂੰ ਹੀ ਜਿਹੜੀ ਹੈ ਰਚੀ ਹੋਈ ਹੈ। ਵਾਹਿਗੁਰੂ। ਹਾਂਜੀ, ਸਮਾਂ ਕਾਫੀ ਹੋ ਗਿਆ ਹੈ, ਅੱਜ ਸਮਾਪਤੀ ਕਰ ਹੀ ਲਈ ਹੈ ਵੈਸੇ ਚੌਪਈ ਸਾਹਿਬ ਦੀ, ਕਿਉਂਕਿ ਵਿਸ਼ਾ ਫਿਰ ਸਿਰਕ ਜਾਏਗਾ। ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਫੂਲ ਰਾਜਾ ਹਵੈ ਬੈਠਾ। ਹਵੈ ਜਿਹੜਾ ਵਵਾ ਹੈ ਨਾ ਪੈਰ ਵਾਲਾ, ਉਹ ਜਿਹੜਾ ਹਾਹੇ ਦੇ ਉੱਤੇ ਦਲਾਵਾਂ ਲੱਗੀਆਂ ਉਸ ਵਵੇ ਦੇ ਨਾਲ ਲਾਉਣੀਆਂ। ਕਹੂੰ ਫੂਲ, ਕਹੂੰ ਹਾਹਾ ਉੱਤੇ ਟਿੱਪੀ ਲੱਗੀ ਹੈ,
कहूँ फूल राजा हवै बैठा। किते तू वाहिगुरु जी ਤੁਸੀਂ ਰਾਜੇ ਬਣ ਕੇ ਬੈਠੇ ਹੋ। कहूँ सिमट भयो शंकर इकट्ठा। ਅਤੇ ਕਿਤੇ ਤੁਸੀਂ ਸਿਮਟ ਕੇ ਸ਼ੰਕਰ ਦੀ ਮੂਰਤੀ ਵਾਂਗ ਇਕੱਠੇ ਹੋ ਕੇ ਜਿਹੜੇ ਆ ਉਹ ਬੈਠੇ ਹੋ। ਕਦੇ ਸੰਯੁਕਤ ਹੋ ਕੇ ਬੈਠੇ ਹੋ, ਕਦੇ ਤੁਸੀਂ ਫੈਲੇ ਹੋਏ ਹੋ। ਭਾਵ कहूँ फूल फुੱਲ ਕੇ ਭਾਵ ਸਾਰੀ ਸ੍ਰਿਸ਼ਟੀ ਦੇ ਉੱਤੇ ਤੁਸੀਂ ਰਾਜੇ ਬਣ ਕੇ ਬੈਠੇ ਹੋ। ਕਿਤੇ ਕਿਸੇ ਜਗ੍ਹਾ ਦੇ ਉੱਤੇ ਤੁਸੀਂ ਸਿਮਟ ਕੇ ਬੈਠੇ ਹੋ, ਇਕੱਠੇ ਹੋ ਕੇ ਬੈਠੇ ਹੋ, ਪਰ ਰੂਪ ਤੇਰਾ ਹੀ ਹੈ। ਸਾਰਾ ਸਾਰਾ ਪਸਾਰਾ ਤੇਰਾ ਹੀ ਹੈ। कहूँ सिमट भयो शंकर इकट्ठा। ਜਿਵੇਂ शिव जी ਦੀ ਮੂਰਤੀ ਵਾਂਗੂ ਕਿਤੇ ਤੁਸੀਂ ਇਕੱਠੇ ਹੋ ਕੇ ਬੈਠੇ ਹੋ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ। ਸਾਰੀ ਸ੍ਰਿਸ਼ਟੀ ਦਾ ਅਚੰਭਾ ਵਿਖਾਇਆ ਹੈ। ਤੁਸੀਂ ਇਹ ਸਾਰੀ ਸ੍ਰਿਸ਼ਟੀ ਸਾਜ ਕੇ ਇੱਕ ਅਚੰਭ ਕਰਤੱਵ ਜਿਹੜਾ ਰਚਿਆ ਹੋਇਆ ਹੈ। ਜੋ ਵੀ ਸ੍ਰਿਸ਼ਟੀ ਤੇ ਬਣਾਇਆ ਹੈ ਨਾ, ਇਹ ਇੱਕ ਅਚੰਭਾ ਹੈ। ਭਾਵ ਇੱਕ ਅਚਰਜ ਜਿਹੜੀ ਹੈ ਸਾਰੀ ਸ੍ਰਿਸ਼ਟੀ ਦੀ ਰਚਨਾ ਹੈ। ਕਿਤੇ ਤੁਸੀਂ ਰਾਜਿਆਂ ਵਾਂਗ ਵਿਚਰ ਰਹੇ ਹੋ ਤੇ ਕਿਸ ਜਗ੍ਹਾ ਦੇ ਉੱਤੇ ਤੁਸੀਂ ਸਿਮਟ ਕੇ ਸ਼ੰਕਰ ਵਾਂਗ ਬੈਠੇ ਹੋ। ਇਸ ਤਰ੍ਹਾਂ ਜਿਹੜਾ ਹੈ ਆਪ ਜੀ ਸ੍ਰਿਸ਼ਟੀ ਦੀ ਅਚੰਭਤਾ ਜਿਹੜੀ ਹੈ ਆਪ ਜੀ ਦਿਖਾ ਰਹੇ ਹੋ, ਪਰ ਰੂਪ ਤੇਰਾ ਹੀ ਹੈ। ਆਦ ਵਾਹਿਗੁਰੂ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ। ਆਦ ਜੁਗਾਦ ਸਰੂਪ ਸੁਯਮ ਭਵ। ਸੁਯਮ ਭਵ ਇਸ ਤਰ੍ਹਾਂ ਪੜ੍ਹਨਾ ਇਹਨੂੰ। ਤੁਸੀਂ ਮੁੱਢ ਵਿੱਚ ਜੁਗਾਂ ਦੇ ਆਰੰਭ ਵਿੱਚ ਆਪਣੇ ਆਪ ਹੀ ਹੋਂਦ ਵਿੱਚ ਆਉਣ ਵਾਲੇ ਸਰੂਪ ਹੋ। ਭਾਵ ਤੁਸੀਂ ਆਦ ਦੇ ਵਿੱਚ ਸ਼ੁਰੂ ਜਦੋਂ ਜਗਤ ਹੋਇਆ ਉਦੋਂ ਪਹਿਲੋਂ ਵੀ ਤੁਸੀਂ ਹੀ ਸੀ। ਜੁਗਾਦ ਜਿਹੜਾ ਹੁਣ ਚੱਲ ਰਿਹਾ ਹੁਣ ਵੀ ਤੁਸੀਂ ਹੋ। ਸਰੂਪ ਸੁਯਮ ਭਵ ਤੁਸੀਂ ਆਪ ਹੀ ਹੋਂਦ ਵਿੱਚ ਆਏ ਹੋ, ਤੁਹਾਨੂੰ ਕਿਸੇ ਨੇ ਹੋਂਦ ਵਿੱਚ ਨਹੀਂ ਲਿਆਂਦਾ। ਆਦ ਜੁਗਾਦ ਸਰੂਪ ਸੁਯਮ ਭਵ ਅਬ ਰੱਛਾ ਮੇਰੀ ਤੁਮ ਕਰੋ। ਹੁਣ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ ਕਿ ਆਪ ਜੀ ਹੁਣ ਕਿਰਪਾ ਕਰੋ, ਮੇਰੀ ਰੱਖਿਆ ਕਰਨੀ ਕਰੋ। ਆਪ ਜੀ ਦੇ ਅੱਗੇ ਬੇਨਤੀ ਹੈ। ਸਿੱਖ ਉਭਾਰ ਅਸਿੱਖ ਸੰਗਰੋ। ਕਿਰਪਾ ਕਰੋ ਤੁਸੀਂ ਸਿੱਖਾਂ ਨੂੰ ਬਚਾ ਲਓ ਤੇ ਜਿਹੜੇ ਅਸਿੱਖ ਹਨ, ਜਿਹੜੇ ਅਸੁਰ ਹਨ, ਜਿਹੜੇ ਵਿਕਾਰ ਹਨ, ਉਹਨਾਂ ਨੂੰ ਮਨਾਂ ਦੇ ਵਿੱਚੋਂ ਖਤਮ ਕਰ ਦਿਓ। ਜਿਹੜੇ ਸ਼ੁਭ ਗੁਣ ਰੂਪੀ ਸਿੱਖ ਹਨ ਉਹਨਾਂ ਨੂੰ ਬਚਾ ਲਓ। ਕਿਰਪਾ ਕਰੋ ਤੁਸੀਂ ਸਿੱਖਾਂ ਨੂੰ ਬਚਾ ਲਓ, ਅਸਿੱਖਾਂ ਦਾ ਜਿਹੜਾ ਨਾਸ਼ ਕਰ ਦਿਓ। ਜਿਹੜੇ ਹਨ ਪਾਪੀ ਲੋਕ ਹਨ ਉਹਨਾਂ ਦਾ ਨਾਸ਼ ਕਰ ਦਿਓ ਤੇ ਜਿਹੜੇ ਸਿੱਖ ਹਨ, ਜਿਹੜੇ ਪ੍ਰਮਾਤਮਾ ਨੂੰ ਯਾਦ ਕਰਦੇ ਆ, ਉਹਨਾਂ ਨੂੰ ਬਚਾਉਣਾ ਕਰੋ। ਦੁਸ਼ਟ ਜਿਤੇ ਉਠਵਤ ਉਤਪਾਤਾ। ਜਿੰਨੇ ਵੀ ਦੁਸ਼ਟ ਜਿਹੜੇ ਉਤਪਾਤ ਉਪੱਦਰ ਮਚਾਉਂਦੇ ਆ, ਜਿਹੜੇ ਦੁਸ਼ਟ ਵਿਕਾਰ ਜਿਹੜੇ ਤੰਗ ਕਰਦੇ ਆ, ਹਿਰਦੇ ਦੀ ਗੱਲ ਕਰੀਏ, ਜਿਹੜੇ ਸਾਡੇ ਅੰਦਰਲੇ ਸਾਨੂੰ ਵਿਕਾਰ ਤੰਗ ਕਰਦੇ ਆ, ਦੁਸ਼ਟ ਜਿੱਤੇ ਉਠਵਤ ਉਤਪਾਤਾ, ਜਿਹੜੇ ਰੋਜ਼ ਹੀ ਅੰਦਰ ਉਤਪਾਤ ਮਚਾਉਂਦੇ ਆ, ਭਾਵ ਉਪੱਦਰ ਮਚਾਉਂਦੇ ਆ, ਉਹਨਾਂ ਨੂੰ ਆਪ ਜੀ ਖਤਮ ਕਰ ਦਿਓ। ਜਾਂ ਜਿਹੜੇ ਬਾਹਰਲੇ ਲੋਕ ਹਨ ਜੋ ਦੁਸ਼ਟ ਰੂਪ ਹਨ, ਉਹਨਾਂ ਦਾ ਵੀ ਆਪ ਜੀ ਨਾਸ਼ ਕਰਨਾ ਕਰੋ। ਸਕਲ ਮਲੇਸ਼ ਕਰੋ ਰਣਕਾਤਾ। ਉਹਨਾਂ ਸਾਰਿਆਂ ਮਲੇਸ਼ਾਂ ਦਾ ਨਾਸ਼ ਕਰੋ। ਉਹਨਾਂ ਸਾਰਿਆਂ ਦੁਸ਼ਟਾਂ ਦਾ, ਉਹਨਾਂ ਮਾੜੇ ਜੀਵਾਂ ਦਾ ਆਪ ਜੀ ਜਿਹੜਾ ਹੈ ਰਣਕਾਤਾ, ਉਹਨਾਂ ਨੂੰ ਨਾਸ਼ ਕਰ ਦਿਓ, ਰਣ ਦੇ ਵਿੱਚ ਖਤਮ ਕਰ ਦਿਓ। ਭਾਵ ਆਪ ਜੀ ਸਾਡੇ ਉੱਤੇ ਐਸੀ ਜਿਹੜੀ ਹੈ ਕਿਰਪਾ ਕਰਨੀ ਕਰੋ। ਸਕਲ ਮਲੇਸ਼ ਕਰੋ ਰਣਕਾਤਾ। ਵਾਹਿਗੁਰੂ ਜੀ ਅਸ ਤੁਜ ਤਵ ਸਰਣੀ ਪਰੇ। ਵਾਹਿਗੁਰੂ ਇਹ ਅਸ ਤੁਜ ਜੋ ਵੀ ਤੁਹਾਡੀ ਸ਼ਰਨ ਦੇ ਵਿੱਚ ਪੈਂਦਾ, ਭਾਵ ਕਿਰਪਾਨ ਨੂੰ ਪਕੜੇ ਹੋਏ ਅਕਾਲ ਪੁਰਖ ਪਰਮਾਤਮਾ ਜੀ, ਜਿਹੜਾ ਵੀ ਤੁਹਾਡੀ ਸ਼ਰਨ ਦੇ ਵਿੱਚ ਪੈਂਦਾ ਹੈ, ਤਿਨਕੇ ਦੁਸ਼ਟ ਦੁਖਤ ਹਵੈ ਮਰੇ। ਉਹਨਾਂ ਦੇ ਦੁਸ਼ਟ ਜਿਹੜੇ ਆ ਉਹ ਦੁਖੀ ਹੋ ਕੇ ਮਰਦੇ ਆ। ਇੰਨੀ ਕੁ ਸਾਨੂੰ ਆਪ ਜੀ ਦੇ ਉੱਤੇ ਜਿਹੜੀ ਹੈ ਉਹ ਭਰੋਸਾ ਹੈ। ਉਹਨਾਂ ਦੇ ਦੁਸ਼ਟ ਜਿਹੜੇ ਉਹ ਖਤਮ ਹੋ ਜਾਂਦੇ ਆ। ਪੁਰਖ ਜਵਨ ਪਗ ਪਰੇ ਤਿਹਾਰੇ। ਜੋ ਪੁਰਸ਼ ਤੁਹਾਡੀ ਸ਼ਰਨ ਵਿੱਚ ਪੈਂਦੇ ਹਨ, ਜੋ ਤੁਹਾਨੂੰ ਯਾਦ ਕਰਦੇ ਹਨ, ਪੁਰਖ ਜਵਨ ਪਗ ਪਰੇ ਤਿਹਾਰੇ, ਜੋ ਤੁਹਾਡੇ ਪੈਰਾਂ ਦੇ ਵਿੱਚ, ਪੱਗ ਦਾ ਅਰਥ ਪੈਰਾਂ ਦੇ ਵਿੱਚ ਪੈਂਦੇ ਹਨ। ਤਿਨਕੇ ਤੁਮ ਸੰਕਟ ਸਭ ਟਾਰੇ। ਉਹਨਾਂ ਦੇ ਤੁਸੀਂ ਸਾਰੇ ਤਰ੍ਹਾਂ ਦੇ ਸੰਕਟ ਜਿਹੜੇ ਹਨ ਉਹ ਖਤਮ ਕਰ ਦਿੰਦੇ ਹੋ, ਨਾਸ਼ ਕਰ ਦਿੰਦੇ ਹੋ। ਉਹਨਾਂ ਦੇ ਸਾਰੇ ਸੰਕਟ ਆਪ ਜੀ ਖਤਮ ਕਰ ਦਿੰਦੇ ਹੋ। ਜੋ ਕਲ ਕੋ ਇੱਕ ਬਾਰ ਧਿਆ ਹੈ। ਜੋ ਕਲ ਕੋ ਇੱਕ ਬਾਰ ਧਿਆ ਹੈ। ਜੋ ਕਲ ਤੋਂ ਭਾਵ ਉਸ ਅਕਾਲ ਪੁਰਖ ਨੂੰ, ਉਹ ਜਿਹੜਾ ਕਾਲ ਦੇ ਵਿੱਚ ਨਹੀਂ ਆਉਂਦਾ। ਜੋ ਕਲ ਕੋ ਇੱਕ ਵਾਰ ਧਿਆ, ਜਿਹੜੇ ਇੱਕ ਵਾਰੀ ਉਸ ਨੂੰ ਧਿਆਉਂਦੇ ਆ, ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ। ਉਹਨਾਂ ਦੇ ਕਾਲ ਜਿਹੜਾ ਫਿਰ ਨੇੜੇ ਨਹੀਂ ਆਉਂਦਾ। ਪਹਿਲੇ ਕਾਲ ਦਾ ਅਰਥ ਹੈ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਕਾਲ ਨੂੰ ਬਣਾਉਣ ਵਾਲਾ ਹੈ। ਦੂਸਰੇ ਕਾਲ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ, ਉਹਨਾਂ ਦੇ ਨੇੜੇ ਜਿਹੜਾ ਹੈ ਕਾਲ ਨਹੀਂ ਆਉਂਦਾ। ਭਾਵ ਉਹਨਾਂ ਨੂੰ ਮੌਤ ਜਿਹੜੀ ਆ ਉਹ ਤੰਗ ਨਹੀਂ ਕਰਦੀ, ਤਾਂ ਫਿਰ ਉਹਨਾਂ ਦੇ ਨੇੜੇ ਕਾਲ ਨਹੀਂ ਆਉਂਦਾ। ਤਾਂ ਕਿ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ। ਉਹਨਾਂ ਦੀ ਫਿਰ
ਸਾਰਿਆਂ ਕਾਲਾਂ ਦੇ ਵਿੱਚ ਆਪ ਜੀ ਰੱਖਿਆ ਕਰਦੇ ਹੋ, ਜਿਹੜੇ ਆਪ ਜੀ ਨੂੰ ਧਿਆਉਂਦੇ ਆ। ਰਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ। ਉਹਨਾਂ ਦੇ ਸਾਰੇ ਦੁਸ਼ਟ, ਸਾਰੇ ਵਿਘਨ ਉਸੇ ਵੇਲੇ ਦੂਰ ਹੋ ਜਾਂਦੇ ਆ, ਜਿਹੜੇ ਉਸ ਅਕਾਲ ਪੁਰਖ ਨੂੰ ਯਾਦ ਕਰਦੇ, ਜਿਹੜੇ ਉਹਨੂੰ ਧਿਆਉਂਦੇ ਆ। ਕਿਰਪਾ ਦਿਸ਼ਟ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ। ਉਹਨਾਂ ਦੇ ਦੁਸ਼ਟ ਜਿਹੜੇ ਆ ਉਹ ਇੱਕ ਪਲ ਦੇ ਵਿੱਚ ਜਿਹੜੇ ਹਨ ਉਹ ਆਪ ਜੀ ਖਤਮ ਕਰਨ ਵਾਲੇ ਹੋ, ਜੋ ਆਪ ਜੀ ਨੂੰ ਯਾਦ ਕਰਦੇ ਹਨ। ਫੇਰ ਉਹੀ ਆ ਗਈ। ਵਾਹਿਗੁਰੂ ਜੀ। ਅਸਲ ਚ ਕਾਫੀ, ਕਿਉਂਕਿ ਮੈਂ ਛੋਟੇ ਛੋਟੇ ਸਕਰੀਨਸ਼ਾਟ ਲਏ ਸੀ, ਤਾਂ ਕਰਕੇ ਥੋੜਾ ਜਿਹਾ ਕੰਫਿਊਜ਼ਨ ਹੋ ਜਾਂਦੀ ਹੈ। ਵਾਹਿਗੁਰੂ। ਹਾਂਜੀ। ਕਿਰਪਾ ਦਿਸ਼ਟ ਤਨ ਜਾਹੇ ਨਿਹਾਰ ਹੋ। ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਜਿਸ ਨੂੰ ਕਿਰਪਾ ਦ੍ਰਿਸ਼ਟੀ ਨਾਲ ਆਪ ਜੀ ਦੇਖਦੇ ਹੋ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰ ਹੋ। ਜਿਹਨੂੰ ਨਿਹਾਰਦੇ ਹੋ ਆਪ ਜੀ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ, ਜਿਨ੍ਹਾਂ ਦੇ ਤਨ ਨੂੰ ਨਿਹਾਰਦੇ ਹੋ, ਤਾਂ ਕਿ ਤਾਪ ਤਨਕ ਮੈਂ ਹਰੋ। ਉਹਨਾਂ ਦੇ ਸਾਰੇ ਦੁੱਖ ਜਿਹੜੇ ਹਨ, ਤਾਪਦਾਰਤ ਦੁੱਖ ਛਿਣ ਦੇ ਵਿੱਚ ਖਤਮ ਹੋ ਜਾਂਦੇ ਆ। ਤਾਂ ਕਿ ਤਾਪ ਤਨਕ ਮੋਹ ਹਰ ਹੋ, ਤਨਕ ਮਹਿ। ਵਾਹਿਗੁਰੂ। ਤਾਂ ਕਿ ਤਾਪ ਤਨਕ ਮਹਿ ਹਰ ਹੋ। ਇੱਕ ਤਨਕ ਦੇ ਵਿੱਚ ਹੀ, ਇੱਕ ਛਿਣ ਦੇ ਵਿੱਚ ਉਹਨਾਂ ਦੇ ਤਾਪ ਜਿਹੜੇ ਹੈ ਉਹ ਆਪ ਜੀ ਖਤਮ ਕਰ ਦਿੰਦੇ ਹੋ। ਰਿੱਧ ਸਿੱਧ ਘਰ ਮੋਹ ਸਭ ਹੋਈ। ਘਰਾਂ ਦੇ ਵਿੱਚ ਰਿੱਧੀਆਂ ਸਿੱਧੀਆਂ ਉਹਨਾਂ ਦੇ ਆ ਜਾਂਦੀਆਂ, ਜਿਹੜੇ ਆਪ ਜੀ ਨੂੰ ਯਾਦ ਕਰਦੇ ਹਨ। ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ। ਦੁਸ਼ਟ ਸ਼ਾਹ, ਸ਼ਸ਼ਾ ਸ਼ਬਦ ਪੜ੍ਹਨਾ, ਸ਼ਾਹ ਸ਼ਵੈ ਵਾਵਾ ਪੈਰ ਵਾਲਾ, ਇਹਨੂੰ ਦਲਾਵਾਂ ਲਾਉਣੀਆਂ। ਕੋਈ ਵੀ ਦੁਸ਼ਟ ਉਹਨਾਂ ਨੂੰ ਫਿਰ ਛੋਹ ਨਹੀਂ ਸਕਦਾ। ਕੋਈ ਵੀ ਦੁਸ਼ਟਾਂ ਦੀ ਪਰਛਾਈ ਤੱਕ ਉਹਨਾਂ ਨੂੰ ਛੋਹ ਨਹੀਂ ਸਕਦੀ, ਜਿਹੜੇ ਆਪ ਜੀ ਨੂੰ ਯਾਦ ਕਰਦੇ ਆ। ਦੁਸ਼ਟ ਸ਼ਾਹ ਸ਼ਵ ਸਕੈ ਨਾ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ। ਹੇ ਵਾਹਿਗੁਰੂ ਜੀ, ਜਿਸ ਨੇ ਇੱਕ ਵਾਰ ਤੈਨੂੰ ਯਾਦ ਕਰ ਲਿਆ, ਜਿਹਨੇ ਤੈਨੂੰ ਧਿਆ ਲਿਆ, ਕਾਲ ਫਾਸਤੇ ਤਾਹੀਂ ਉਬਾਰਾ। ਤੁਸੀਂ ਉਹਨੂੰ ਹੱਥ ਦੇ ਕੇ ਕਾਲ ਤੋਂ ਬਚਾ ਲਿਆ, ਭਾਵ ਉਹ ਸਦਾ ਦੇ ਲਈ ਆਪ ਜੀ ਦੇ ਵਿੱਚ ਹੀ ਸਮਾ ਗਿਆ, ਉਹਨੂੰ ਫਿਰ ਕਾਲ ਪੋਹ ਨਹੀਂ ਸਕਦਾ। ਕਾਲ ਫਾਸਤੇ ਤਾਹੀਂ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ। ਜਿਸ ਮਨੁੱਖ ਨੇ, ਜਿਸ ਵਿਅਕਤੀ ਨੇ, ਨਰ ਨੇ ਤੁਹਾਡਾ ਨਾਮ ਉਚਾਰਨ ਕੀਤਾ, ਤੁਹਾਨੂੰ ਯਾਦ ਕੀਤਾ, ਦਾਰਦ ਦੁਸ਼ਟ ਦੋਖ ਤੇ ਰਹਾ। ਦਾਰਦ ਦਾ ਅਰਥ ਹੁੰਦਾ ਗਰੀਬੀ। ਆਪ ਜੀ ਨੇ ਉਹਦੀ ਗਰੀਬੀ ਵੀ ਖਤਮ ਕਰ ਦਿੱਤੀ, ਉਹਦੇ ਦੁਸ਼ਟਾਂ ਦਾ ਨਾਸ਼ ਵੀ ਕਰ ਦਿੱਤਾ, ਤੇ ਉਹਦੇ ਦੁੱਖਾਂ ਦਾ ਨਾਸ਼ ਵੀ ਕਰ ਦਿੱਤਾ। ਉਹਨੂੰ ਆਪ ਜੀ ਨੇ ਦੁੱਖਾਂ ਤੋਂ ਵੀ ਬਚਾ ਲਿਆ। ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸਰਣ ਤਿਹਾਰੀ। ਹੇ ਕਿਰਪਾਨ ਧਾਰੀ ਅਕਾਲ ਪੁਰਖ ਪਰਮਾਤਮਾ ਖੜਗ ਕੇਤ, ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਆਪ ਹਾਥ ਦੇ ਲਿਹੋ ਬਾਰੀ। ਕਿਰਪਾ ਕਰਕੇ ਸਾਨੂੰ ਵੀ ਹੱਥ ਦੇ ਕੇ ਬਚਾ ਲਓ, ਮੈਨੂੰ ਵੀ ਹੱਥ ਦੇ ਕੇ ਸਤਿਗੁਰੂ ਕਹਿੰਦੇ ਬਚਾ ਲਓ। ਸਰਬ ਠੌਰ ਮੋਹ ਸਹਾਈ। ਸਭ ਥਾਵਾਂ ਤੇ ਆਪ ਹੀ ਸਾਡੀ ਰੱਖਿਆ ਕਰਨੀ ਕਰੋ, ਸਾਡੇ ਸਹਾਈ ਹੋਵੋ। ਦੁਸ਼ਟ ਦੋਖ ਤੇ ਲਿਹੋ ਬਚਾਈ। ਆਪ ਜੀ ਸਾਰਿਆਂ ਦੀ ਰੱਖਿਆ ਕਰਦੇ ਹੋ, ਕਿਰਪਾ ਕਰਕੇ ਸਾਨੂੰ ਵੀ ਦੁਸ਼ਟਾਂ ਤੋਂ ਤੇ ਦੁੱਖਾਂ ਤੋਂ ਬਚਾ ਲਓ। ਸੋ ਇੱਥੋਂ ਤੱਕ ਜਿਹੜਾ ਹੈ ਨਾ, ਆਪਾਂ ਚੌਪਈ ਸਾਹਿਬ ਦਾ ਪਾਠ ਜਿਹੜਾ ਸੰਪੂਰਨ ਕੀਤਾ। ਫਿਰ ਸਵਈਆ, ਤੇ ਇਸ ਤੋਂ ਬਾਅਦ ਦੋਹਰਾ, ਤੇ ਫਿਰ ਆਪਾਂ ਆਨੰਦ ਸਾਹਿਬ ਦਾ ਪਾਠ ਜਿਹੜਾ ਉਹਦੀ ਸੰਥਿਆ ਕੱਲ ਨੂੰ ਕਰਾਂਗੇ। ਸੋ ਇੱਥੇ ਜਿਹੜੀ ਹੈ ਇਸ ਚੌਪਈ ਸਾਹਿਬ ਦੀ ਸਮਾਪਤੀ ਹੈ। ਤੇ ਸਤਿਗੁਰਾਂ ਨੇ ਬੜੀ ਪਿਆਰੀ ਬਾਣੀ ਹੈ, ਪੂਰੀ ਬੇਨਤੀ ਹੈ ਉਸ ਅਕਾਲ ਪੁਰਖ ਦੇ ਅੱਗੇ, ਉਸ ਪਰਮਾਤਮਾ ਦੇ ਅੱਗੇ ਵਾਹਿਗੁਰੂ ਜੀ ਆਪ ਦੀ ਮੁਸ਼ਕਾਂ ਦਾ ਨਾਸ਼ ਕਰਨ ਵਾਲੇ, ਆਪ ਸਾਡੀ ਵੀ ਰੱਖਿਆ ਕਰੋ। ਇਸ ਤਰ੍ਹਾਂ ਕਰਕੇ ਅਕਾਲ ਪੁਰਖ ਦੇ ਅੱਗੇ ਸਤਿਗੁਰਾਂ ਨੇ ਬੇਨਤੀ ਕੀਤੀ ਹੈ। ਸੋ ਇੱਥੇ ਆਪਾਂ ਜਿਹੜੀ ਹੈ ਕਲਾਮ ਦੀ ਸਮਾਪਤੀ ਕਰਦੇ ਹਾਂ। ਕੱਲ ਨੂੰ ਆਪਾਂ ਸਵਈਆ ਦੋਹਰਾ ਵਿਚਾਰ ਕੇ ਸੰਥਿਆ ਕਰਕੇ ਫਿਰ ਉਸ ਤੋਂ ਬਾਅਦ ਅੱਗੇ ਦੱਸਾਂਗੇ। ਸੋ ਆਪ ਜੀ ਕੁਝ ਪੁੱਛਣਾ ਹੋਵੇ ਕਿ ਆਪ ਜੀ ਕਹਿ ਸਕਦੇ ਹੋ। ਮੈਂ ਆਪ ਜੀ ਦਾ ਮਾਈਕ ਖੋਲ੍ਹਦਾ ਹੈ। ਹਾਂਜੀ ਭਾਈ, ਆਪਣਾ ਮਾਈਕ ਔਨ ਕਰਕੇ ਆਪ ਜੀ ਜੋ ਵੀ ਹੈ ਸਵਾਲ ਦਾ ਕੁਝ ਪੁੱਛਣਾ ਹੈ ਪੁੱਛ ਸਕਦੇ ਹੋ। ਪਰ ਕੀ ਸੀ ਮਾਈਕ ਮਾਈਕ ਹਾਂਜੀ ਪਰ ਕੀ ਸੀ ਕਿ ਤੁਸੀਂ ਤੁਹਾਡਾ ਸਵਾਲ ਪੁੱਛਣਾ ਹੈ। ਹਾਂਜੀ, ਹੋਰ ਕਿਸੇ ਦਾ ਕੋਈ ਸਵਾਲ ਹੋਵੇ।
ਠੀਕ ਹੈ ਜੀ, ਸਮਾਂ ਕਾਫੀ ਹੋ ਗਿਆ ਤੇ ਕੱਲ ਨੂੰ ਆਪਾਂ ਜਿਹੜੀ 11:30 ਵਜੇ ਵਾਲੀ ਕਲਾਸ, ਹਾਂਜੀ ਹਾਂਜੀ ਤੁਹਾਡੀ ਆਵਾਜ਼ ਨਹੀਂ ਆ ਰਹੀ, ਆਵਾਜ਼ ਨਹੀਂ ਆ ਰਹੀ, ਬੇਨਤੀ ਹੈ ਕਿ ਆ ਬੋਲੋ ਭਾਈ। ਹਾਂਜੀ ਮੈਮ लगा हेलो ਹਾਂਜੀ ਵਾਹਿਗੁਰੂ वाहिगुरु ਹਾਂਜੀ ਹਾਂਜੀ ਵਾਹਿਗੁਰੂ ਬੋਲੋ, ਤੁਸੀਂ ਬੋਲੋ, ਤੁਹਾਡਾ ਸਵਾਲ जा रही है ना। अच्छा हुणी मैं सुनिया सीगा कथा सुनी फ्रेंड की जिसके अंदर भाई साहिब सिंह ने कथा सुनाई थी ਤੇ ਪਹਿਲਾਂ ਅਸੀਂ ਸੁਣਿਆ ਸੀਗਾ ਵੀ ਸਧਾਰਨ ਪਾਠ ਹੁੰਦੇ ਆ ਤੇ ਖੰਡ ਪਾਠ ਹੁੰਦੇ ਆ। ਉਹਨਾਂ ਨੇ ਦੱਸਿਆ ਵੀ ਅੱਜ ਕੱਲ ਕੁਝ ਸੰਪਤ ਪਾਠ ਤੇ ਮਹਾ ਸੰਪਤ ਪਾਠ ਚੱਲਦੇ ਹੈਗੇ ਆ। ਹਾਂਜੀ ਇਹਨਾਂ ਬਾਰੇ ਕੁਝ ਜਾਣਨਾ ਪਊਗੇ ਕੀ ਹੁੰਦੇ ਹੈਗੇ ਜੀ? ਸੁਣੇ ਨਹੀਂ ਕਦੇ ਨਹੀਂ ਤੇ ਇਸ ਬਾਰੇ ਕੁਝ ਦੱਸੋਗੇ? ਸੰਪਟ ਪਾਠਾਂ ਬਾਰੇ ਕੋਈ ਗੱਲਬਾਤ? ਹੈਲੋ ਹਾਂਜੀ ਹਾਂਜੀ ਸੰਪਤ ਪਾਠ ਬਾਰੇ ਦੱਸਿਆ ਸੀ ਉਹਨਾਂ ਨੇ ਕਿ ਅੱਜ ਕੱਲ ਦੁਕਾਨਦਾਰੀਆਂ ਬਹੁਤ ਚੱਲੀਆਂ ਹੈ ਕਿ ਸੰਪਤ ਪਾਠ ਸ਼ੁਰੂ ਕਰ ਦਿੱਤੇ ਲੋਕਾਂ ਨੇ। ਉਹ ਠੀਕ ਹੈ, ਉਹ ਮੈਂ ਫਿਲਹਾਲ ਨਾ ਵੀਡੀਓ ਪੂਰੀ ਸੁਣੀ ਨਹੀਂ ਆ ਤੇ ਮੈਂ ਉਹ ਸੁਣ ਕੇ ਤੇ ਫਿਰ ਕੋਈ ਨਹੀਂ ਉੱਥੇ ਜ਼ਰੂਰ ਮੈਂ ਵਿੱਚ ਜਾਵਾਂਗਾ ਕਿ ਉਹਨਾਂ ਨੇ ਬੋਲਿਆ ਹੈ ਤੇ ਉਹਦੇ ਤੇ ਆਪਾਂ ਕੀ ਵਿਸ਼ਾ ਲੈ ਸਕਦੇ ਹਾਂ। ਤੇ ਉਹ ਕੋਈ ਨਹੀਂ, ਮੈਂ ਜ਼ਰੂਰ ਆਪ ਜੀ ਨਾਲ ਉਹ ਗੱਲ ਸਾਂਝੀ ਕਰਾਂਗਾ ਤੇ ਜੋ ਵੀ ਉਹਨਾਂ ਨੇ ਬੋਲਿਆ ਆਪਾਂ ਜ਼ਰੂਰ ਉਹਦੇ ਤੇ ਵਿਸ਼ੇਸ਼ ਤੌਰ ਤੇ ਆਪਾਂ ਗੱਲ ਕਰਾਂਗੇ, ਕੋਈ ਗੱਲ ਨਹੀਂ। कॉमर्शियल जो हो गया है सब दुकाना लगी है कि इस करके ना कुछ मेरे भी गल पता नहीं पई तो जरा मैं फोन करूँगा तो फोन पे गल कर लूँगा क्योंकि आवाज डिस्टर्ब हो रही है तो कुछ साफ आवाज नहीं सुनाई दे रही मैंने। ਹਾਂਜੀ ਨਹੀਂ, ਮੈਂ ਫੋਨ ਤੇ ਗੱਲ ਕਰੂੰਗਾ, ਮੈਂ ਵੀ ਉਸੇ ਗਰੁੱਪ ਵਿੱਚ ਆ ਤੇ ਵੀਡੀਓ ਮੈਂ ਜਿਹੜੀ ਸੀ ਆਰੰਭ ਕੀਤੀ ਸੀ, ਫਿਰ ਮੈਂ ਕਿਹਾ ਚਲੋ ਬਾਅਦ ਵਿੱਚ ਸੁਣਦੇ ਆ ਤੇ ਉਹ ਮੈਂ ਵਿਸ਼ੇਸ਼ ਤੌਰ ਤੇ ਸੁਣ ਕੇ ਤੇ ਫਿਰ ਕੋਈ ਨਹੀਂ ਦੇ ਦਾਂਗਾ ਜੋ ਵੀ ਵਿਚਾਰ ਮੇਰੇ ਹੋਏ ਮੈਂ ਜ਼ਰੂਰ ਉੱਥੇ ਬੋਲਾਂਗਾ, ਕੋਈ ਗੱਲ ਨਹੀਂ। ਇਸੇ ਕੰਮ ਲਈ ਆਪਾਂ ਬੈਠੇ ਆ। ਅਸੀਂ ਪਹਿਲਾਂ ਵੀ ਕਰਾਉਂਦੇ ਰਹੇ ਆ। ਹਾਂਜੀ ਖੰਡ ਪਾਠ ਕਰਾਉਂਦੇ ਨੇ ਤੇ ਸੰਪਤ ਪਾਠ ਕੀ ਹੈਗਾ ਉਹ ਕੋਈ ਦਿਮਾਗ ਤੋਂ ਨਿਕਲ ਆਇਆ ਜੀ। ਹਾਂਜੀ ਕੋਈ ਨਹੀਂ, ਸੰਪਤ ਪਾਠ ਖੰਡ ਪਾਠਾਂ ਬਾਰੇ ਆਪਾਂ ਜ਼ਰੂਰ ਵਿਚਾਰ ਕਰਾਂਗੇ। ਚਲੋ ਠੀਕ ਹੈ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਫਤਿਹ। ਹਾਂਜੀ ਠੀਕ ਹੈ ਵਾਹਿਗੁਰੂ ਜੀ, ਸਮਾਂ ਵਧੇਰੇ ਹੋ ਗਿਆ, 1 ਘੰਟਾ ਹੋ ਗਿਆ, ਸਵੇਰ ਵਾਲੀ ਕਲਾਸ ਦਾ ਵੀ ਕਾਫੀ ਟਾਈਮ ਹੋ ਗਿਆ ਸੀ। ਸੋ ਇਹਦੀਆਂ ਕਿ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲਈਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।